ਜਿਹੜੀ ਸੋਠ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਲੈ ਰਹੇ ਸੀ, ਉਹਦੇ ਵਿੱਚ ਆਪਾਂ ਇਹ ਰਵਿਦਾਸ ਜੀ ਦਾ ਸ਼ਬਦ ਲੈ ਰਹੇ ਹਾਂ ਜੀ। ਇਹਨਾਂ ਦਾ ਤੀਸਰਾ ਸ਼ਬਦ ਲੈ ਰਹੇ ਹਾਂ। ਰਵਿਦਾਸ ਜੀ ਦੇ ਕੱਲ 2 ਲਏ ਸੀ ਆਪਾਂ ਨੇ, ਅੱਜ ਤੀਸਰਾ ਸ਼ਬਦ ਲੈ ਰਹੇ ਹਾਂ। ਇੱਕ ਸੈਕਿੰਡ ਜੀ, ਸੰਗਤ ਬਹੁਤ ਐਡਮਿਟ ਕਰਨ ਨੂੰ ਅੱਜ ਫਿਰ ਰਹਿ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 658 ਅੰਗ ਤੇ ਹੈਗੇ ਆ ਜੀ। ਰਵਿਦਾਸ ਜੀ ਦਾ ਸ਼ਬਦ ਲੈ ਰਹੇ ਹਾਂ ਸੋਠ ਰਾਗ ਦੇ ਵਿੱਚ। ਤੀਸਰਾ ਸ਼ਬਦ ਰਵਿਦਾਸ ਜੀ ਦਾ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੇ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਜਨ ਕਹੋ ਕਿਹ ਲੇਖੈ। ਦੁਰਲਭ ਜਨਮ ਪੁੰਨ ਫਲ ਪਾਇਓ। ਇਹ ਮਨੁੱਖਾ ਜੂਨ ਮਿਲ ਗਈ ਆ ਤੇ ਪੁੰਨ ਕੀਤੇ ਅਤੇ ਪੁੰਨਾਂ ਦਾ ਫਲ ਮਿਲਿਆ, ਜਾਂ ਪੁੰਨ ਕਰਨ ਵਾਸਤੇ ਤੇ ਅੰਮ੍ਰਿਤ ਦਾ ਫਲ ਲੈਣ ਵਾਸਤੇ ਮਿਲਿਆ ਇਹ ਜਨਮ ਮਨੁੱਖੀ ਜੂਨ। ਦੁਰਲਭ ਜਨਮ, ਬਹੁਤ ਰੇਅਰ ਹੈ ਮਨੁੱਖੀ ਜੂਨ ਪਾਏ। ਇਹ ਮਿਲ ਗਈ ਆਪਾਂ ਨੂੰ ਤੇ ਪੁੰਨ ਕਰੀਏ ਆਪਾਂ ਤੇ ਅੰਮ੍ਰਿਤ ਫਲ ਪ੍ਰਾਪਤ ਕਰੀਏ। ਦੁਰਲਭ ਜਨਮ ਪੁੰਨ ਫਲ ਪਾਇਓ, ਇਸ ਵਾਸਤੇ ਮਿਲਿਆ ਹੈ ਆਪਾਂ ਨੂੰ ਜਨਮ। ਖਾਲੀ ਆਪਾਂ ਨੂੰ ਜਿਹੜਾ ਹੈਗਾ ਇਹ ਭੋਗ ਵਿਲਾਸ ਜਾਂ ਸਵਾਦ ਰਸਕਸ ਇਹਦੇ ਵਾਸਤੇ ਨਹੀਂ ਮਿਲਿਆ ਹੈ ਮਨੁੱਖੀ ਜੂਨ। ਇਹ ਚਲੇ ਜਾਏਗੀ ਵਾਪਸ, ਫਿਰ ਨਹੀਂ ਮਿਲੇਗੀ। ਫਿਰ 84 ਦਾ ਗੇੜਾ ਹੈਗਾ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਕੇ। ਕਹਿੰਦੇ ਹਾਲੇ ਵੀ ਵਿਵੇਕ ਨਹੀਂ ਹੈ ਤੇਰੇ ਕੋਲ, ਵਿਚਾਰ ਨਹੀਂ ਹੈਗੀ, ਸੋਚ ਨਹੀਂ ਹੈਗੀ, ਤੇ ਹੁਣ ਹਾਲੇ ਵੀ ਬਿਰਥਾ ਹੀ ਜਾ ਰਿਹਾ ਹੈ। ਇਹ ਇੰਨਾ ਰੇਅਰ ਜਨਮ ਤੈਨੂੰ ਮਿਲ ਗਿਆ ਆ ਤੇ ਹਾਲੇ ਤੂੰ ਜਿਹੜਾ ਹੈਗਾ ਇਹਨੂੰ ਨਾ ਤਾਂ ਪੁੰਨ ਕਰ ਰਿਹਾ, ਨਾ ਤਾਂ ਭਲੇ ਕੰਮ ਕਰ ਰਿਹਾ, ਨਾ ਹੀ ਜਿਹੜਾ ਹੈਗਾ ਉਹ ਅੰਮ੍ਰਿਤ ਦਾ ਫਲ ਜਿਹੜਾ ਹੈਗਾ ਜਿਹਦੇ ਵਾਸਤੇ ਮਿਲਿਆ ਹੈ ਇਹ ਜਨਮ। ਕਿਉਂਕਿ ਮਾਲਕ ਵਣਜਾਰਾ ਹੈਗਾ, ਸਭ ਤੋਂ ਵੱਡਾ ਵਣਜਾਰਾ ਮਾਲਕ ਹੈਗਾ। ਉਹ ਵਣਜਾਰਾ ਜਿਹੜਾ ਹੈਗਾ ਉਹਨੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਆ। ਮਾਲਕ ਪਰਮਾਤਮਾ ਨੇ ਆਪਾਂ ਨੂੰ ਸਵਾਸ ਦਿੱਤੇ ਆ, ਸਰੀਰ ਦਿੱਤਾ ਹੈ, ਮਨੁੱਖੀ ਸਰੀਰ। ਕਹਿੰਦੇ ਆਹ ਪੂੰਜੀ ਹੈਗੀ ਭਾਈ, ਆਹ ਪੂੰਜੀ ਲੈ ਲਾ, ਇਹਦੇ ਨਾਲ ਤੂੰ ਮੈਨੂੰ ਲੱਭਣਾ ਆ। ਇਹ ਤੈਨੂੰ ਮੈਂ ਧਨ ਦੇਤਾ ਤੇ ਤੇਰਾ ਕੰਮ ਹੈਗਾ ਮੇਰੇ ਕੋਲ ਆਉਣਾ। ਔਰ ਮੇਰੇ ਕੋਲ ਆਉਣ ਵਾਸਤੇ ਇਹ ਪੂੰਜੀ ਜਿਹੜੀ ਦਿੱਤੀ ਹੈ, ਸਵਾਸ ਦਿੱਤੇ ਆ, ਇਹਦੇ ਨਾਲ ਤੈਨੂੰ ਜਿਹੜਾ ਹੈਗਾ ਇਹ ਮਾਇਆ, ਇਹ ਜੋ ਵਿਚਾਰ ਜਿਹੜੇ ਹੈਗੇ, ਇਹ ਜਿਹੜੀਆਂ ਹੈਗੀਆਂ ਮਾਇਆ ਦੇ ਮੋਹ ਦੀਆਂ ਤਾਰਾਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਕੱਟਣ ਵਾਸਤੇ ਤੈਨੂੰ ਇਹ ਸਵਾਸ ਦਿੱਤੇ ਆ। ਇਹ ਵਿਚਾਰ ਬੰਦ ਕਰਕੇ ਤੈਨੂੰ ਰਸਤਾ ਲੱਭੂਗਾ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੇ। ਕਹਿੰਦੇ ਹੁਣ ਬਿਰਥਾ ਜਾ ਰਿਹਾ, ਵਿਵੇਕ ਨਹੀਂ ਹੈਗਾ। ਕਹਿੰਦੇ ਜਿੱਥੇ ਤੂੰ ਜਨਮ ਗਵਾ ਰਿਹਾ ਆ ਪਦਾਰਥਾਂ ਦੇ ਵਾਸਤੇ, ਆਕਾਰ ਦੇ ਵਾਸਤੇ, ਸੰਸਾਰ ਦੇ ਵਾਸਤੇ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਕਹਿੰਦੇ ਦੇਖ, ਜਿਹੜੇ ਸਾਰੇ ਰਾਜਿਆਂ ਦਾ ਇੰਦਰ ਹੈਗਾ, ਰਾਜਾ ਇੰਦਰ, ਕਹਿੰਦੇ ਜੇ ਤੂੰ ਰਾਜਾ ਇੰਦਰ ਵੀ ਹੋ ਜਾਏਗਾ ਨਾ ਤੇ ਉਹਦਾ ਵੀ ਰਾਜ ਜਿਹੜਾ ਹੈਗਾ, ਉਹਦਾ ਵੀ ਸਿੰਘਾਸਨ ਜਿਹੜਾ ਹੈਗਾ, ਜੇ ਉਹਦੇ ਬਰੋਬਰ ਦਾ ਵੀ ਤੈਨੂੰ ਸਿੰਘਾਸਨ ਮਿਲ ਜਾਏਗਾ, ਦੱਸ ਦੇ ਮੈਨੂੰ ਵੀ ਉਹਦਾ ਕੀ ਫਾਇਦਾ ਆ। ਬਿਨ ਹਰ ਭਗਤ ਕਹੋ ਕਿਹ ਲੇਖੈ। ਬਗੈਰ ਭਗਤੀ ਦੇ ਉਹ ਰਾਜੇ ਇੰਦਰ ਨੇ ਵੀ ਜਿਹੜਾ ਹੈਗਾ ਵਾਪਸ ਜਿਹੜਾ ਹੈਗਾ ਜੂਨਾ 'ਚ ਆ ਜਾਣਾ ਹੈ ਉਹਨੇ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਬਗੈਰ ਭਗਤੀ ਦੇ ਕਿਸ ਲਿਖਤ ਦੇ ਵਿੱਚ ਹੈਗਾ, ਕੀ ਪਰਪਸ ਹੈਗਾ ਉਹਦਾ, ਕੀ ਕੀਤਾ ਰਾਜੇ ਇੰਦਰ ਨੇ। ਇੰਨੇ ਹਜ਼ਾਰਾਂ ਸਾਲ ਮੰਨ ਲਓ ਜੀਵਨ ਉਹਨੇ ਇੰਦਰ ਨੇ ਰਾਜ ਕਰ ਲਿਆ ਤੇ ਫਾਈਨਲੀ ਜਦ ਰਾਜ ਤੋਂ ਫਿਰ ਜਿਹੜਾ ਹੈਗਾ ਉਹਦਾ ਉਹ ਖਤਮ ਹੋ ਗਿਆ ਪੁੰਨ ਜਿਹੜਾ ਹੈਗਾ। ਹੁਣ ਜਿਹੜਾ ਹੈਗਾ ਵਾਪਸ ਫਿਰ ਜਿਹੜਾ ਜੂਨਾਂ 'ਚ ਚੱਲੇ, ਫਿਰ ਮਨੁੱਖੀ ਜੂਨ ਜਿਹੜਾ ਹੈਗਾ ਕਿਤੇ ਰੇਅਰ ਫਿਰ ਲੱਭ ਜਾਏਗੀ।
ਕਿਉਂਕਿ ਜਿਹੜਾ ਵੀ ਰਾਜਾ ਹੋਏ, ਚਾਹੇ ਦੇਵਤਾ ਹੋਏ, ਜੋ ਮਰਜ਼ੀ ਹੋਏ, ਉਹਨੂੰ ਜਿਹੜਾ ਹੈਗਾ ਜੇ ਸੰਸਾਰ ਸਮੁੰਦਰ ਤੋਂ, ਇਸ ਟਰੈਪ ਤੋਂ, ਇਸ ਆਕਾਰ ਤੋਂ, ਇਸ ਪ੍ਰਕਿਰਤੀ ਤੋਂ ਬਾਹਰ ਆਉਣਾ ਹੈ ਤੇ ਮਨੁੱਖੀ ਜੂਨ ਦੇ ਵਿੱਚ ਹੀ ਬਾਹਰ ਆਉਣ ਦਾ ਰਸਤਾ ਹੈਗਾ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਕਹਿੰਦੇ ਨਹੀਂ ਵਿਚਾਰਿਆ ਤੂੰ ਵਿਵੇਕ ਹੈ ਹੀ ਨਹੀਂ ਤੇਰੇ ਕੋਲ। ਕਹਿੰਦੇ ਉਹ ਰਾਜਾ ਰਾਮ ਦਾ ਰਸ, ਉਹ ਨਾਮ ਰਸ, ਅੰਮ੍ਰਿਤ ਰਸ ਨਹੀਂ ਵਿਚਾਰਿਆ ਤੂੰ। ਜਿਹ ਰਸ ਅਨਰਸ ਬੀਸਰ ਜਾਹੀ, ਕਹਿੰਦੇ ਜਿਸ ਰਸ ਦੇ ਨਾਲ, ਜਿਹੜੇ ਤੂੰ ਅਨਰਸ, ਦੁਨੀਆ ਦੇ ਸਵਾਦ, ਦੁਨੀਆ ਦੇ ਪਦਾਰਥ, ਇਹਨਾਂ ਦੇ ਉੱਤੇ ਜਿਹੜਾ ਹੈਗਾ ਡੁੱਲੀ ਜਾ ਰਿਹਾ ਆ, ਇਹ ਸਾਰੇ ਤੈਨੂੰ ਜਿਹੜੇ ਹੈਗੇ ਤੁੱਛ ਲੱਗਣਗੇ, ਤੁੱਛ, ਬਿਲਕੁਲ ਵਿਸਰ ਜਾਣਗੇ। ਤੇਰਾ ਜੀ ਨਹੀਂ ਕਰੇਗਾ ਜੇ ਤੂੰ ਅੰਮ੍ਰਿਤ ਰਸ ਤੇਰੇ ਅੰਦਰ ਆ ਗਿਆ ਤੇ ਰਾਜਾ ਰਾਮ ਦਾ ਜਿਹੜਾ ਅਸਲੀ ਰਸ ਹੈਗਾ, ਜੇ ਕਿਤੇ ਉਹਦੀ ਇੱਕ ਬੂੰਦ ਵੀ ਚੱਖ ਲਈ ਤੇ ਰਹਾਓ। ਹਾਂਜੀ ਵੀਰ ਜੀ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੇ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਪੰਜਾਬੀ ਭਾਸ਼ਾ 'ਚ ਉਹਨਾਂ ਨੇ ਬੜਾ ਕਲੀਅਰ ਲਿਖਤਾ। ਉਹ ਕਹਿੰਦੇ ਆ ਕਿ ਜਿਹੜਾ ਤੁਹਾਡਾ ਸਰੀਰ ਹੈ ਦੁਰਲੱਭ ਆ। ਦੁਰਲੱਭ ਦਾ ਮਤਲਬ ਕਿ ਹੁਣ ਤੁਸੀਂ ਚੌਂਕ 'ਚ ਗਏ, ਫਿਰ ਉਸ ਤੋਂ ਬਾਅਦ ਘੁੰਮਦੇ ਫਿਰਦੇ ਕਿਤੇ ਗਲਤੀ ਨਾਲ ਹੀਰਾ ਮਿਲ ਗਿਆ। ਕਿਤੇ ਸੜਕਾਂ ਤੇ ਮਿਲਦੇ ਹੀਰੇ ਆਪਾਂ ਨੂੰ, ਤਾਂ ਦੁਰਲੱਭ। ਉਹ ਤੇ ਪਤਾ ਨਹੀਂ ਕਿੰਨੀਆਂ ਖਾਨਾਂ ਖੋਦਦੇ ਨੇ ਤੇ ਫਿਰ ਉਹ ਚੋਂ ਇੱਕ ਪਤਾ ਨਹੀਂ ਕਿੰਨਾ ਕਿੰਨਾ ਕੁਲਾ ਪੁੱਟ ਕੇ ਫਿਰ ਇੱਕ ਹੀਰਾ ਲੱਭਦਾ। ਆਪ ਜਸਟ ਸੋਚੋ ਕਿ ਮਨੁੱਖਾ ਜਨਮ ਜਦੋਂ ਬੰਦੇ ਨੂੰ ਮਿਲਦਾ ਉਹ ਕਿੰਨਾ ਕੀਮਤੀ ਆ। ਹੁਣ ਦੂਜੀਆਂ ਜੂਨਾਂ ਦੇਖੀਆਂ ਜਾਈਆਂ, ਦੇਖ ਕੇ ਵੇਖ ਲਓ, ਉਹਨਾਂ ਦੇ ਵਿੱਚ ਓਨਾ ਹੀ ਗਿਆਨ ਆ, ਕੇਵਲ ਆਪਣਾ ਜੀਵਨ ਚਲਾਉਣਾ, ਖਾਣਾ ਪੀਣਾ, ਬੱਚੇ ਪੈਦਾ ਕਰਨੇ ਤੇ ਸੌਣਾ। ਠੀਕ ਨੇ ਜੀ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਕੋਈ ਉਹਨਾਂ ਨੇ ਕੋਈ ਧਰਤੀ ਤੇ ਮਕਾਨ ਨਹੀਂ ਜੇ ਬਣਾਇਆ, ਕੋਈ ਉਹਨਾਂ ਨੇ ਕੋਈ ਫੈਕਟਰੀ ਨਹੀਂ ਲਾਈ, ਕੋਈ ਕਾਰ ਨਹੀਂ ਉਹਨਾਂ ਪੈਦਾ ਕੀਤੀ, ਕੋਈ ਬੱਤੀ ਪੈਦਾ ਨਹੀਂ ਕੀਤੀ। ਕੇਵਲ ਉਹਨਾਂ ਦਾ ਜਿਹੜਾ ਜੀਵਨ ਹੈਗਾ ਉਸੇ ਹੀ ਤਰ੍ਹਾਂ ਚੱਲਦਾ ਹੈ। ਅੱਜ ਤੋਂ ਹਜ਼ਾਰਾਂ ਸਾਲ, ਕਰੋੜਾਂ ਸਾਲ ਜੋ ਸ਼ੇਰ ਪਹਿਲਾਂ ਖਾਂਦਾ ਸੀ, ਅੱਜ ਵੀ ਸ਼ੇਰ ਦੀ ਉਹੀ ਖੁਰਾਕ ਆ, ਤਬਦੀਲ ਨਹੀਂ ਕਰ ਸਕਦਾ। ਹੁਣ ਸਾਨੂੰ ਦੁਰਲੱਭ ਕਿਉਂ ਕਿਹਾ ਗਿਆ ਵਾ ਕਿ ਇਹ ਬਹੁਤ ਕੀਮਤੀ ਕੜੀ ਆ। ਇਹ ਨਹੀਂ ਆ ਕਿ ਮਨੁੱਖਾ ਜਨਮ ਜਿਹੜਾ ਹੈ ਉਹ ਮਤਲਬ ਹੈ ਤੇ ਕਰੋੜਾਂ ਤੁਰੇ ਫਿਰਦੇ ਨੇ ਇੱਥੇ, ਪਰ ਸਾਰੇ ਮਨੁੱਖ ਥੋੜੀ ਹੈਗੇ ਆ। ਦੁਰਲੱਭ ਦਾ ਮਤਲਬ ਕਿ ਜਿਹਨੂੰ ਥੋੜਾ ਜਿਹਾ ਗਿਆਨ ਆ ਗਿਆ, ਜਿਹੜਾ ਇਹ ਚੀਜ਼ ਨੂੰ ਚਿੰਤਨ ਕਰਦਾ ਹੈ। ਹੁਣ ਦੇਖੋ ਆ ਕਹਿ ਰਹੇ ਨੇ ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੇ। ਇੱਕ ਹੁੰਦਾ ਵਿਵੇਕ, ਇੱਕ ਹੁੰਦਾ ਅਵਿਵੇਕ। ਵਿਦਿਆ ਤੇ ਅਵਿਦਿਆ। ਅਵਿਦਿਆ ਮਤਲਬ ਕਿ ਜਿਹੜੇ ਬੰਦੇ ਨੂੰ ਗਿਆਨ ਨਹੀਂ ਆ, ਕਰਮ ਤੇ ਕਰ ਰਿਹਾ, ਉਹਨੂੰ ਪਤਾ ਨਹੀਂ। ਵਿਦਿਆ ਮਤਲਬ ਉਹਦੇ ਅੰਦਰ ਵਿਵੇਕ ਪੈਦਾ ਹੋ ਗਿਆ। ਅਵਿਵੇਕ ਦਾ ਮਤਲਬ ਹੈਗਾ ਜਿਹਨੂੰ ਗਿਆਨ ਹੀ ਕੁਛ ਨਹੀਂ ਹੈ। ਗਿਆਨ ਦਾ ਮਤਲਬ ਜਿਹੜੀ ਮਛਲੀ ਆ, ਮਛਲੀ ਨੂੰ ਪਤਾ ਹੀ ਨਹੀਂ ਹੈ ਉਹ ਗੰਡੋਆ ਖਾਂਦੀ ਹੈ, ਪਰ ਗੰਡੋਏ ਦੇ ਮਗਰ ਤੇ ਕੁੰਡੀ ਫਸੀ ਹੋਈ ਹੈ। ਹੁਣ ਆਪ ਜਸਟ ਸੋਚੋ, ਸਮੁੰਦਰ ਦੇ ਵਿੱਚ ਗੰਡੋਆ ਕਿੱਥੋਂ ਮਿਲੂਗਾ? ਉਹ ਤੇ ਨਹਿਰ ਨੂਰ ਦੇ ਪਾਣੀ ਦਾ ਵਾ, ਜਾਂ ਕੋਈ ਨਰਸਰੀ ਦੇ ਵਿੱਚ ਐਰਾ ਵਗੈਰਾ, ਜਾਂ ਕੋਈ ਏਦਾਂ ਦੀ ਜ਼ਮੀਨ ਹੈਗੀ, ਉੱਥੇ ਗੰਡੋਆ ਹੈ। ਪਰ ਮੱਛੀ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਇਹ ਗੰਡੋਆ ਤੇ ਇਹ ਤੇ ਹੋ ਹੀ ਨਹੀਂ ਸਕਦਾ, ਇੱਥੇ ਪੋਸੀਬਲ ਨਹੀਂ ਆ। ਪਰ ਉਹ ਦਿਮਾਗ ਹੀ ਨਹੀਂ ਹੈਗਾ ਉਹਦਾ। ਨਿੱਜਾ ਸਾਹਿਬ, ਹੁਣ ਮੈਂ ਗਿਆ ਵਾਂ ਜੰਗਲ ਦੇ ਵਿੱਚ, ਉੱਥੇ ਸਾਹਮਣੇ ਮੇਰੇ ਲੱਡੂ ਪਏ, ਬਰਫੀਆਂ ਪਈਆਂ, ਰਸਗੁੱਲੇ ਪਏ ਆ, ਗੁਲਾਬ ਜਾਮਨੂ ਪਏ ਆ, ਤੇ ਜੇ ਮੈਂ ਥੋੜਾ ਵੀ ਦਿਮਾਗ ਰੱਖਦਾ ਹੈ ਤੇ ਮੈਨੂੰ ਥੋੜਾ ਜਿਹਾ ਸੋਚ ਵਿਚਾਰ ਕਰਨੀ ਚਾਹੀਦੀ ਆ। ਇੱਥੇ ਜੰਗਲ 'ਚ ਨਾ ਬੰਦਾ, ਨਾ ਬੰਦੇ ਦੀ ਜਾਤ, ਨਾ ਕੋਈ ਦੁਕਾਨ, ਤੇ ਆਹ ਬਰਫੀ ਕਿੱਥੋਂ ਆਈ ਆ? ਇੰਨਾ ਤੇ ਆਪਾਂ ਦਿਮਾਗ ਰੱਖਦੇ ਆ ਨਾ, ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਉੱਥੇ। ਪਰ ਜੇ ਹੈਗਾ ਹੈ ਤੇ ਕੁਛ ਗੜਬੜ ਆ, ਕੁਛ ਗੜਬੜ ਹੈ, ਕਿਉਂਕਿ ਉਹ ਚੀਜ਼ ਪ੍ਰੈਕਟੀਕਲ ਪੋਸੀਬਲ ਨਹੀਂ। ਠੀਕ ਹੈ, ਹੁਣ ਉਹ ਕਹਿ ਰਹੇ ਨੇ ਕਿ ਦੁਰਲੱਭ ਹੈ ਜਨਮ, ਪੁੰਨ ਫਲ ਪਾਇਓ, ਕਿ ਤੂੰ ਚੰਗੇ ਕੰਮ ਕੀਤੇ ਸੀ, ਹੋ ਸਕਦਾ ਕਿ ਜਿਹਦੇ ਕਰਕੇ ਤੈਨੂੰ ਮਨੁੱਖਾ ਜਨਮ ਮਿਲਿਆ ਹੈ, ਕਿਉਂਕਿ ਬੜੀ ਕੀਮਤੀ ਚੀਜ਼ ਤੇਰੇ ਕੋਲ ਮਿਲ ਗਈ ਆ। ਇੱਕ ਐਸੀ ਇਹ
ਇੱਕ 84 ਲੱਖ ਜੂਨੀ ਦੇ ਵਿੱਚੋਂ ਇੱਕ ਐਸੀ ਜੂਨ ਆ ਜਿੱਥੇ ਤੂੰ ਆਪਣੇ ਆਪ ਨੂੰ ਜਾਣ ਸਕਦਾ ਹੈ ਤੇ ਉਹਨੂੰ ਵੀ ਜਾਣ ਸਕਦਾ ਹੈ। ਜਿਹੜਾ ਬ੍ਰਹਮ ਆ, ਸਮੁੰਦਰ ਆ, ਜਿਹੜਾ ਸਮੁੰਦਰ ਹੈ ਜਿਹਦੇ ਅੰਦਰ ਤਰੰਗਾਂ ਪੈਦਾ ਹੋ ਰਹੀਆਂ ਨੇ, ਸਾਡੀਆਂ ਵਰਗੀਆਂ ਛੋਟੀਆਂ ਛੋਟੀਆਂ ਤਰੰਗਾਂ ਤੇ ਵੱਡੀਆਂ ਤਰੰਗਾਂ, ਧਰਤੀਆਂ ਵੀ ਪੈਦਾ ਹੋ ਰਹੀਆਂ, ਸੂਰਜ ਪੈਦਾ ਹੋ ਰਿਹਾ। ਜਿੱਦਾਂ ਧਰਤੀ ਤੇ ਨਾ ਜਿੱਦਾਂ ਮਤਲਬ ਬੱਚੇ ਪੈਦਾ ਹੁੰਦੇ ਆ, ਰੁੱਖ ਪੈਦਾ ਹੋ ਰਹੇ ਆ, ਉਸੇ ਤਰ੍ਹਾਂ ਸੂਰਜ, ਧਰਤੀਆਂ ਹਰ ਦਿਨ ਪ੍ਰਮਾਤਮਾ ਚੋਂ ਪੈਦਾ ਹੋ ਰਹੀਆਂ ਨੇ ਤੇ ਵਿਣਸ ਜਾ ਰਹੀਆਂ ਨੇ। ਮੇਜਰ ਸਾਹਿਬ ਬਿਲਕੁਲ ਐਸਾ, ਕਿਉਂਕਿ ਬਹੁਤ ਵੱਡਾ ਹੈ, ਵਿਸ਼ਾਲ ਹੈ। ਸਾਡੀ ਸੋਚ, ਅਸੀਂ ਸੋਚ ਵੀ ਨਹੀਂ ਸਕਦੇ। ਆਪ ਜਸਟ ਸੋਚੋ, ਇੱਕ ਤੇ ਹੁੰਦਾ ਨਾ ਜੇ ਆਪਾਂ ਕਿਤੇ ਉਹ ਕੈਲਕੂਲੇਸ਼ਨ ਕਰਨ ਡੈ ਪਈਏ ਨਾ, ਉਹ ਕਿਲੋਮੀਟਰ ਚ, ਸਾਡੇ ਕੋਲ ਡਿਜਿਟ ਹੀ ਨਹੀਂ ਹੈਗੇ, ਅਸੀਂ ਲਿਖ ਪਾਈਏ, ਮੁੜ ਕੇ ਫਿਰ ਪਤਾ ਕੀ ਕਹਿ ਦਿੰਦੇ ਆਪਾਂ, ਲਾਈਟ। ਬਿਲਕੁਲ ਇੰਨੀ ਲਾਈਟ ਆ, ਫਲਾਨੀ ਫਲੂਨੀ, ਉਹ ਲਾਈਟ ਹੈ ਹੀ ਨਹੀਂ। ਲਾਈਟ ਈਅਰ ਕਹਿ ਦਿੰਦੇ ਆ, ਲਾਈਟ ਈਅਰ ਕਹਿ ਦਿੰਦੇ ਆ, ਜਿਹੜਾ ਕਿ ਲਾਈਟ ਦੇ ਨਾਲ ਚੱਲ ਸਾਡੇ ਕੋਲ, ਆਪ ਜਸਟ ਸੋਚੋ ਕਿ ਸਾਡੀ ਸੋਚ ਦੇ ਅੰਦਰ ਉਹ ਉਨੀ ਕੈਪੈਸਿਟੀ ਨਹੀਂ ਹੈ। ਉਹ ਕਿਤੇ ਆਪਾਂ ਸਿਫਰਾਂ ਗਿਣਦੇ ਪਈਏ ਤੇ ਸਿਫਰਾਂ ਹੀ ਆਪ ਨੂੰ ਭੁੱਲ ਜਾਣੀਆਂ, ਪਤਾ ਨਹੀਂ ਕਿੰਨੀਆਂ ਸਿਫਰਾਂ ਲੱਗ ਜਾਣੀਆਂ। ਠੀਕ ਹੈ ਜੀ। ਉਹ ਕਹਿੰਦੇ ਵਿਵੇਕ ਦੇ ਨਾਲ ਤੇਰਾ ਜਿਹੜਾ ਇੰਨਾ ਕੀਮਤੀ ਜੀਵਨ ਹੈ ਉਹ ਨਸ਼ਟ ਹੋ ਰਿਹਾ, ਸਾਨੂੰ ਵਾਰਨ ਕਰ ਰਿਹਾ। ਉਹ ਤੇ ਆਪਣਾ ਉਹਨਾਂ ਤੇ ਵਿਵੇਕ ਦੇ ਨਾਲ ਜੀਵਨ ਬਤੀਤ ਕੀਤਾ, ਉਹ ਤੇ ਨਿਕਲ ਗਿਆ। ਪੰਗਾ ਤੇ ਸਾਡਾ, ਜਿਹੜੇ ਹੀ ਫਸੇ ਆ, ਇਮਤਿਹਾਨ ਸਾਡਾ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਆ, ਆਪ ਜਸਟ ਸੋਚੋ, ਕਿਸੇ ਨੂੰ ਪੁੱਛ ਕੇ ਵੇਖੋ, ਇਹਨਾਂ ਨੂੰ ਪਤਾ ਹੈ ਕਿ ਰੱਬ ਹੈਗਾ? ਕਿਸੇ ਨੂੰ ਨਹੀਂ ਪਤਾ। ਕਿਸੇ ਸਾਇੰਟਿਸਟ ਨੂੰ ਪੁੱਛੋ, ਉਹ ਵੀ ਨਹੀਂ ਮੰਨਦਾ। ਨਿਜਰ ਸਾਹਿਬ, ਕਿੰਨੀ ਵੱਡੀ ਗੱਲ ਹੈ। ਬਿਲਕੁਲ। ਕਿਸੇ ਮਿਨਿਸਟਰ ਨੂੰ ਪੁੱਛੋ, ਕਿ ਪ੍ਰਾਈਮ ਮਿਨਿਸਟਰ ਨੂੰ ਪੁੱਛੋ, ਕਿਸੇ ਦੇਸ਼ ਨੂੰ ਪੁੱਛ ਲਓ, ਕਿ ਸੰਤ ਨੂੰ ਪੁੱਛ ਲਓ। ਜਿਹੜੇ ਅੱਜ ਕੱਲ ਦੇ ਸੰਤ ਹੈਗੇ ਆ, ਹੁਣ ਪਤਾ ਕੀ ਹੋ ਗਿਆ ਵਾ ਕਿ ਇਹ ਮਾਰਕੀਟ ਚ ਇੱਕ ਅਸਲੀ ਹੈ ਤੇ ਇੱਕ ਨਕਲੀ ਸਿੱਕਾ ਵਾ। ਠੀਕ ਹੈ, ਨਕਲੀ ਤਾਂ ਜ਼ਿਆਦਾ ਹੈਗੇ ਸਰ, ਕਲਯੁੱਗ ਦਾ ਟਾਈਮ ਆ। ਹਾਂ, ਨਕਲੀ ਜਿਹੜਾ ਨਾ ਉਹ ਅਸਲੀ ਤੋਂ ਜ਼ਿਆਦਾ ਵਧੀਆ ਚਮਕਦਾ, ਔਰ ਨਾਲੇ ਨੰਬਰ ਚ ਜ਼ਿਆਦਾ ਹੈ, ਨਕਲੀ ਨੰਬਰ ਚ ਜ਼ਿਆਦਾ ਹੈ। ਹਾਂ, ਮਾਰਕੀਟ ਬਹੁਤ ਜ਼ਿਆਦਾ ਬਣਾ ਚੁੱਕੇ ਆ। ਹੁਣ ਅਸਲੀ ਵੀ ਵਿਚਾਰਾ ਕੀ ਕਰੇ, ਉਹ ਵੀ ਆਪਣੇ ਆਪ ਨੂੰ ਸਾਬਤ ਕਰ ਰਿਹਾ ਕਿ ਮੈਂ ਅਸਲੀ ਹਾਂ। ਆਪ ਜਸਟ ਸੋਚੋ, ਅਸਲੀ ਵੀ ਇਸੇ ਚੱਕਰ ਚ ਪਿਆ। ਸਾਡੇ ਬ੍ਰਹਮ ਗਿਆਨੀ ਵਿਚਾਰੇ ਕੀ ਕਰਦੇ ਫਿਰਦੇ ਨੇ, ਉਹ ਵੀ ਤਾਂ ਅਸਲੀ ਸਿੱਕੇ ਨੇ। ਉਹ ਵੀ ਆਪਣੇ ਆਪ ਨੂੰ ਸਾਬਤ ਕਰਦੇ, ਸਾਰਾ ਜੀਵਨ ਚ ਲੱਗ ਗਿਆ ਉਹਨਾਂ ਦਾ, ਸਾਰਾ ਜੀਵਨ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਤੇ ਉਹਨਾਂ ਸੋਚਿਆ ਕਿ 2-4 ਬੰਦੇ ਮਿਲ ਜਾਣ, 10-20 ਬੰਦੇ ਮਿਲ ਜਾਣ, ਚਲੋ ਜਿਹੜਾ ਲੱਭਿਆ ਗਾਂ ਤੇ ਦੇ ਜਾਈਏ। ਪਰ ਇੱਕ ਸਮਾਂ ਆ ਜਾਂਦਾ, ਇੱਕ ਬੰਦਾ ਵੀ ਨਹੀਂ ਮਿਲਦਾ। ਬਿਲਕੁਲ ਜੀ, ਬਹੁਤ ਵਧੀਆ। ਇੱਕ ਬੰਦਾ ਵੀ ਨਹੀਂ ਮਿਲਦਾ। ਤਾਂਹੀਓ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕਰਕੇ ਚੱਲ ਗਏ, ਕਿਉਂਕਿ ਮੁਸ਼ਕਿਲ ਹੈ ਕੰਮ ਉਹ ਗਿਆਨ ਦੇਣਾ। ਕਿਉਂਕਿ ਜਿੰਨੇ ਗਿਆਨ ਬਰਤਨ ਚਾਹੀਦਾ। ਹੁਣ ਕਹਿੰਦੇ ਨੇ ਸ਼ੇਰਨੀ ਦਾ ਦੁੱਧ ਆ, ਕਹਿੰਦੇ ਕਿਸੇ ਬਰਤਨ ਚ ਨਹੀਂ ਟਿਕਦਾ, ਸੋਨੇ ਦੇ ਬਰਤਨ ਚ ਪਾਓਗੇ ਤਾਂ ਹੀ ਉਹ ਰਸ ਉਹ ਬਚਿਆ ਰਹੇਗਾ। ਇਹ ਵੀ ਗਿਆਨ ਜਿਹੜਾ ਹੈ, ਇਹ ਜਦੋਂ ਵੀ ਨਕਲੀ ਬੰਦੇ ਨੇ ਹੱਥ ਲਾਇਆ ਨਾਲ ਮਿੱਟੀ ਹੋ ਜਾਣਾ ਹੈ, ਕਿਉਂਕਿ ਇਹਦੀ ਕੀਮਤ ਬਹੁਤ ਹੈ, ਇਹਦੀ ਪਾਤਰਤਾ ਚਾਹੀਦੀ ਹੈ। ਹੁਣ ਕਹਿੰਦੇ ਆ ਦੁਰਲੱਭ ਆ, ਤੇ ਅਗਲੇ ਸਮਝਾ ਰਹੇ ਨੇ ਕਿ ਰਾਜਾ ਇੰਦਰ, ਬੋਲੋ ਨਿਜਰ ਸਾਹਿਬ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਇਸ ਤੋਂ ਪਹਿਲਾਂ ਗੋਰਖੀ ਸਾਹਿਬ, ਮੈਂ ਨਾ ਥੋੜਾ ਜਿਹਾ ਆ ਪੁੰਨ ਫਲ ਵਾਲੀ ਚੀਜ਼ ਨੂੰ ਫਿਰ ਵੀ ਥੋੜਾ ਵਿਚਾਰ ਕਰਨਾ ਚਾਹੁੰਦਾ ਹੈ। ਤੇ ਇਹਦੇ ਵਿੱਚ ਦੇਖੋ, ਦੁਰਲਭ ਜਨਮ ਪੁੰਨ ਫਲ ਪਾਇਓ। ਇਹਦਾ ਜੇ ਕਹੀਏ ਆਪਾਂ ਬਈ ਪੁੰਨ ਕੀਤੇ ਆ ਤੇ ਫਲ ਮਿਲਿਆ, ਉਹਨਾਂ ਦਾ ਫਲ ਮਿਲ ਗਿਆ ਆਪਾਂ ਨੂੰ, ਮਨੁੱਖਾ ਜੂਨ ਮਿਲ ਗਈ ਆ। ਤੇ ਇਹਦਾ ਮਤਲਬ ਜਿਹੜਾ ਹੈਗਾ ਕਿ ਆਪਾਂ ਨੇ ਜੂਨਾਂ ਦੇ ਵਿੱਚ ਜਿਹੜੇ ਆ 84 ਲੱਖ ਜੂਨਾਂ ਦੇ ਵਿੱਚ ਪੁੰਨ ਕਰ ਲਏ, ਜਾਂ ਕਿ ਆਪਾਂ ਨੂੰ ਫਿਰ ਮਨੁੱਖ ਜੂਨ ਮਿਲੀ ਸੀਗੀ ਤੇ ਫਿਰ ਆਪਾਂ ਨੇ ਪੁੰਨ ਕੀਤੇ ਤੇ ਫਿਰ ਦੁਬਾਰਾ ਜਨਮ ਮਿਲ ਗਿਆ ਆਪਾਂ ਨੂੰ। ਕਿਉਂਕਿ ਜਿਹੜਾ ਹੈਗਾ ਜੂਨਾਂ ਦੇ ਵਿੱਚ ਤਾਂ ਆਪਾਂ ਪੁੰਨ ਕਰ ਨਹੀਂ ਸਕਦੇ। ਦੁਰਲਭ ਜਨਮ ਪੁੰਨ ਫਲ ਪਾਇਓ, ਇਹ ਜਿਹੜਾ ਹੈਗਾ ਆਪਾਂ ਨੂੰ ਮਨੁੱਖਾ ਜੂਨ ਮਿਲੀ ਹੈਗੀ, ਇਹ ਪੁੰਨ ਦੇ ਵਾਸਤੇ ਮਿਲੀ ਹੋਈ ਆ ਔਰ ਫਲ ਪ੍ਰਾਪਤ ਕਰਨ ਵਾਸਤੇ ਮਿਲੀ ਹੈ। ਜਿਹੜਾ ਫਲ ਇਹ, ਕਿਉਂਕਿ ਇਹ ਪਰਮਾਤਮਾ ਰੂਪੀ ਵਰਕਸ਼ ਜਿਹੜਾ ਹੈਗਾ, ਉਹਦੇ 2 ਫਲ ਲੱਗੇ ਆ। ਇੱਕ ਅੰਮ੍ਰਿਤ ਦਾ ਫਲ ਹੈਗਾ, ਇੱਕ ਜਿਹੜਾ ਹੈਗਾ ਵਿਖਿਆ ਦਾ ਫਲ ਹੈਗਾ। ਇਹ ਅੰਮ੍ਰਿਤ ਦੇ ਫਲ ਵਾਸਤੇ ਆਪਾਂ ਨੂੰ ਮਿਲਿਆ ਹੈ ਔਰ ਉਹ ਮਿਲਣਾ ਹੈ, ਪੁੰਨ ਕਰਕੇ ਮਿਲਣਾ ਹੈ। ਜੇ ਸਤੋ ਗੁਣੀ ਹੋਵਾਂਗੇ, ਸਤ ਸੰਤੋਖ ਦਇਆ ਧਰਮ ਧੀਰਜ ਹੋਏਗਾ, ਤਾਂ ਉਹ ਫਲ ਪ੍ਰਾਪਤ ਕਰਨ ਵਾਸਤੇ ਕਰ ਸਕਾਂਗੇ। ਪਰ ਹੁਣ ਜਿਹੜਾ ਹੈਗਾ, ਰਵਿਦਾਸ ਜੀ ਕਹਿ ਰਹੇ ਆ ਕਿ ਤੇਰਾ ਜਨਮ ਵੀ ਦੁਰਲਭ ਹੈਗਾ, ਮਨੁੱਖ ਜੂਨ ਰੇਅਰ ਹੈਗੀ,
ਤੇ ਤੂੰ ਉਹ ਫਲ ਵੀ ਨਹੀਂ ਪ੍ਰਾਪਤ ਕਰ ਲਿਆ, ਨਾ ਪੁੰਨ ਕਰ ਰਿਹਾ, ਨਾ ਤੂੰ ਉਹ ਫਲ ਵਾਸਤੇ ਜਿਹੜਾ ਹੈਗਾ ਗਤੀ ਕਰ ਰਿਹਾ ਹੈ। ਬਿਰਥਾ ਜਾਤ ਅਵਿਵੇਕੇ, ਤੇਰਾ ਉਹ ਜਨਮ ਜਿਹੜਾ ਹੈਗਾ ਬਿਰਥਾ ਜਾ ਰਿਹਾ ਆ। ਤੇਰੇ ਕੋਲ ਵਿਵੇਕ ਹੀ ਨਹੀਂ ਹੈ, ਤੂੰ ਸੋਚਦਾ ਹੀ ਨਹੀਂ ਹੈਗਾ, ਸੋਚ ਹੈ ਹੀ ਨਹੀਂ ਤੇਰੇ ਕੋਲ ਵੀ ਆਹ ਚੀਜ਼ ਸੋਚਣ ਦੇ ਵਾਸਤੇ ਤੇਰੇ ਕੋਲ ਤੇਰਾ ਧਿਆਨ ਹੀ ਨਹੀਂ ਹੈ ਇਸ ਪਾਸੇ ਵੀ ਆ ਮੇਰਾ ਇੰਨਾ ਕੀਮਤੀ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਇਸ ਤਰ੍ਹਾਂ ਜਾ ਰਿਹਾ ਹੈ। ਹਾਂਜੀ ਵੀਰ ਜੀ। ਹਾਂਜੀ, ਚੰਗਾ ਕੀਤਾ ਤੁਸੀਂ ਸਮਝਾਤਾ। ਉਹ ਕਹਿ ਰਹੇ ਨੇ ਕਿ ਦੋ ਹੀ ਤੇ ਕੰਮ ਆ, ਇੱਕ ਪੁੰਨ ਆ ਤੇ ਇੱਕ ਫਲ ਆ। ਫਲ ਪ੍ਰਾਪਤੀ ਕਰਨੀ ਆ, ਫਲ ਹੁਣ ਰੁੱਖ ਲਾਓਗੇ ਤੇ ਫਲ ਉੱਗੂਗਾ। ਬਿਲਕੁਲ। ਫਲ ਤੁਸੀਂ ਲੱਭੀ ਜਾਣਦੇ ਜੋ ਸਾਰੇ, ਮੈਂ ਹੀ ਵੀ ਲੱਭੀ ਜਾਵਾਂਗੇ। ਫਲ ਕਿੱਥੋਂ ਮਿਲਣਾ ਹੈ? ਰੱਬ ਤੋਂ ਤਾਂ ਨਹੀਂ ਡਿੱਗਣਾ। ਅਸਮਾਨ ਚੋਂ ਡਿੱਗਿਆ ਅਜੇ ਤੱਕ ਕੋਈ ਸੇਬ ਡਿੱਗਿਆ ਵੇਖਿਆ ਜਾਂ ਸੰਤਰਾ ਉੱਤੋਂ ਡਿੱਗਿਆ ਹੋਏ? ਆਹ ਕਹਾਣੀਆਂ 'ਚ ਬਹੁਤ ਡਿੱਗਦੇ ਨੇ, ਲੋਕ ਵੀ ਬਥੇਰੇ ਸੁੱਟ ਲੈਂਦੇ ਨੇ, ਪਰ ਉਹ ਕਹਿੰਦੇ ਫਲ ਤੈਨੂੰ ਉਦੋਂ ਮਿਲਣਾ ਜੇ ਤੂੰ ਕੁਛ ਬੀਜੇਗਾ ਤੈਨੂੰ ਫਲ ਲੱਗੇਗਾ ਨਾ। 4-5 ਸਾਲ ਮਿਹਨਤ ਕਰੇਗਾ, ਕੋਈ ਵੀ ਰੁੱਖ ਲਾਉਣਾ ਹੈ ਆਪਾਂ, ਉਸੇ ਦਿਨ ਥੋੜੀ ਫਲ ਲੱਗਦਾ। ਉਹਦੀ ਮਿਹਨਤ ਆ। ਉਹ ਕਹਿੰਦੇ ਪਈ ਦਾ ਰੁੱਖ ਲਾ, ਫਿਰ ਪਹਿਲਾਂ ਰੁੱਖ ਲੱਭ ਚੰਗੀ ਨਸਲ ਦਾ ਰੁੱਖ। ਐਵੇਂ ਨਹੀਂ ਕਿ ਨਕਲੀ ਲਾਲੀ ਮੁੜ ਕੇ ਉਹਨੂੰ ਲੱਗਣਾ ਵੀ ਕੁਛ ਨਹੀਂ। ਚੰਗੀ ਨਸਲ ਦਾ ਰੁੱਖ ਚਾਹੀਦਾ ਜਿਹਨੂੰ ਫਲ ਲੱਗਣਾ ਹੈ ਤੇ ਉਹਨੂੰ ਫਲ ਲੱਗੇਗਾ। ਤੇ ਜੇ ਤੂੰ ਲਾਇਆ ਹੀ ਤੇ ਫਿਰ ਉਹਦੀ ਪੈਰਵਾਈ ਕਰਨੀ ਪੈਣੀ। ਠੀਕ ਹੈ। ਉਹ ਕਹਿੰਦੇ ਵਿਵੇਕ ਤੇਰੇ ਜੀਵਨ 'ਚ ਹੈਗਾ ਨਹੀਂ ਆ ਤੇ ਤੂੰ ਓਦਾਂ ਹੀ ਜੀਵਨ ਬਤੀਤ ਕਰੀ ਜਾਂਦੇ ਆ, ਨਾ ਤੈਨੂੰ ਫਲ ਦੀ ਪ੍ਰਾਪਤੀ ਹੋ ਰਹੀ, ਨਾ ਤੂੰ ਕਿਤੇ ਪੁੰਨ ਕਰ ਰਿਹਾ, ਤੇ ਤੂੰ ਵਿਚਾਰ ਨਹੀਂ ਕਰ ਰਿਹਾ। ਕਿਉਂ ਨਹੀਂ ਵਿਚਾਰ ਕਰ ਰਿਹਾ? ਤੂੰ ਇਹ ਨਹੀਂ ਮਹਿਸੂਸ ਕਰਦਾ ਕਿ ਇਹ ਸਾਰਾ ਇੰਨਾ ਪਰਫੈਕਟ ਕਿਉਂ ਆ? ਸਾਰਾ ਕੁਝ ਇੰਨਾ ਪਰਫੈਕਟ ਕਿਉਂ ਬਣਿਆ ਹੋਇਆ? ਦੇਖੋ ਦੁਨੀਆ ਕਿੱਦਾਂ ਭੱਜੀ ਫਿਰਦੀ ਹੈ। ਮੈਂ ਹੈਰਾਨ ਹੋਣਿਆ, ਇੰਨੀ ਦੁਨੀਆ ਭੱਜੀ ਫਿਰਦੀ ਹੈ, ਪਰ ਦੇਖੋ ਉਹ ਸੁੱਤਿਆਂ ਜੀਵਨ ਲੰਘ ਜਾਂਦਾ। ਇਸੇ ਕਰਕੇ ਤੇ ਕੋਟਨ 'ਚ ਇੱਕ ਕਹਿ ਕੇ ਗਏ ਉਹ ਅਗਲੇ ਵਿਰਲੇ ਆ, ਟਾਵੇਂ ਕੋਈ ਜਾਗਣ ਦੇ ਲਈ ਕੋਸ਼ਿਸ਼ ਨਹੀਂ ਕਰ ਰਿਹਾ। ਉਹ ਉਲਟਾ ਜੇ ਕੋਈ ਸੁੱਤਾ ਤੈਨੂੰ ਥਾਪੜੀ ਦੇ ਰਹੇ ਨੇ। ਨਿਜਸਾ ਬਿਲਕੁਲ ਉਹਨੂੰ ਥਾਪੜੀ ਦਿੰਦੇ ਆ। ਉਹ ਕੋਈ ਨਹੀਂ ਪੁੱਤ, ਸੁੱਤਾ ਰਹਿ, ਤੂੰ ਬਹੁਤ ਵਧੀਆ, ਸੁੱਤਾ ਰਹਿ, ਬਹੁਤ ਵਧੀਆ। ਤੇਰੇ ਸੌਣ 'ਚ ਹੀ ਸਾਡਾ ਫਾਇਦਾ ਹੈ। ਜਿੱਦਾਂ ਤੂੰ ਜਾਗ ਗਿਆ ਤੂੰ ਸਾਡੇ ਕੰਮ ਦਾ ਥੋੜੀ ਰਹਿ ਜਾਣਾ। ਇਸ ਕਰਕੇ ਕਹਿੰਦੇ ਸੁੱਤਾ ਹੀ ਚੰਗਾ ਵਾ। ਕਹਿੰਦੇ ਰਾਜਾ ਇੰਦਰ ਸਿਮਰ ਗ੍ਰਹਿ ਆਸਨ ਬਿਨ ਹਰ ਭਗਤੀ ਕਹੋ ਕਿੱਥੇ ਲਿਖੇ। ਰਾਜੇ ਇੰਦਰ ਸਮਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਿਹ ਲੇਖੇ। ਰਾਜਾ ਇੰਦਰ ਦੇਖ ਲਓ ਪਰਮਾਤਮਾ ਦੀ। ਹਾਂਜੀ ਹਾਂ, ਭਾਵੇਂ ਸਾਨੂੰ ਇੰਦਰ ਦੀ ਰਾਜ ਮਿਲ ਜੇ, ਕੁਛ ਵੀ ਮਿਲ ਜੇ, ਕੁਛ ਆਪਾਂ ਨੂੰ। ਮੈਂ ਗੱਲ ਕਰਦਾ, ਤੁਸੀਂ ਮਿਨਿਸਟਰ ਬਣ ਜਾਓ, ਚੀਫ ਮਿਨਿਸਟਰ ਬਣ ਜਾਓ, ਤੁਸੀਂ ਧਰਤੀ ਦੇ ਮਾਲਕ ਬਣ ਜਾਓ, ਤੇ ਜੇ ਪਰਮਾਤਮਾ ਨੂੰ ਨਹੀਂ ਸਾਨੂੰ ਪਤਾ ਨਹੀਂ ਲੱਗਾ ਪਰਮਾਤਮਾ ਰੂਪੀ ਸ਼ਕਤੀ ਆ ਉਹ ਜਿਹਨੂੰ ਲੱਭਣਾ ਸੀ, ਅਸੀਂ ਆਪਾਂ ਆਤਮਾ ਨੂੰ ਲੱਭੇ ਬਿਨਾਂ ਹੀ ਇਸ ਸੰਸਾਰ ਤੋਂ ਚੱਲ ਜਾਂਗੇ। ਕੀ ਕੋਈ ਪ੍ਰਾਪਤੀ ਹੈਗੀ? ਦੱਸੋ ਮੈਨੂੰ। ਕੀ ਆ? ਕੀ ਪ੍ਰਾਪਤੀ ਹੈ? ਕੀ ਕੋਈ ਮੈਂ MLA ਬਣ ਜਾ, ਚੀਫ ਮਿਨਿਸਟਰ ਬਣ ਜਾ, ਹੋਰ ਕੁਝ ਬਣੀ ਜਾਵਾਂ, ਇੱਕਦਮ PM ਬਣ ਜਾ? ਕੀ ਹੈ ਪ੍ਰਾਪਤੀ? ਕੀ ਹੈ ਜੀਵਨ ਦਾ? ਜੇ ਪ੍ਰਮਾਤਮਾ ਨੂੰ ਨਹੀਂ ਜਾਣਿਆ, ਉਹ ਜੇ ਨੂੰ ਜਾਣਨ ਵਾਸਤੇ ਸਾਨੂੰ ਜੀਵਨ ਮਿਲਿਆ ਸੀ, ਤੇ ਆਪਾਂ ਇੱਧਰ ਛਿੱਲੜਾਂ ਦੇ ਵਿੱਚ ਹੀ ਆਪਣਾ ਜੀਵਨ ਬਰਬਾਦ ਕਰਤਾ। ਔਰ ਜਿਹੜੀਆਂ ਛਿੱਲੜਾਂ ਸਾਨੂੰ ਲੱਭਣੀਆਂ ਨੇ ਉਹ ਫਿਰ ਇੱਥੇ ਰਹਿ ਜਾਣੀਆਂ, ਦੁੱਖ ਦਾ ਕਾਰਨ ਬਣਨਾ ਹੈ। ਤੁਸੀਂ ਦੇਖੋ ਨਾ, ਬਾਣੀ 'ਚ ਲਿਖਿਆ ਵੱਡੇ ਵੱਡੇ ਜੋ ਤੀਸਰੇ ਲੋਕ ਤਿੰਨ ਵਿਆਪੇ ਚਿੰਤਾ ਰੋਗ। ਬਿਲਕੁਲ। ਇਹਨਾਂ ਨੂੰ ਬਹੁਤ ਚਿੰਤਾ ਹੈ, ਇਹਨਾਂ ਦੀ ਰਾਤ ਨੂੰ ਨੀਂਦ ਨਹੀਂ ਆਉਂਦੀ, ਟੈਨਸ਼ਨ ਬਹੁਤ ਜ਼ਿਆਦਾ। ਇਸ ਕਰਕੇ ਬਾਣੀ 'ਚ ਮਨਾ ਕੀਤਾ। ਬਾਣੀ ਕੋਈ ਵੀ ਪੜ੍ਹ ਕੇ ਵੇਖ ਲਓ, ਬਾਣੀ 'ਚ ਕਿਤੇ ਨਹੀਂ ਕਿਹਾ ਕਿ ਤੇਰੇ ਸੁੱਖ ਦਾ ਕਾਰਨ ਪੈਸਾ ਹੋਵੇਗਾ। ਖਾਸ ਕਰਕੇ ਆਪ ਇੱਕ ਲਾਈਨ ਵੀ ਮੈਨੂੰ ਦੱਸ ਦਿਓ ਉੱਥੇ ਲਿਖਿਆ ਹੋਵੇ ਕਿ ਹਾਂ ਵੀ ਤੈਨੂੰ ਪੈਸੇ ਮਿਲ ਜਾਣ ਤੇ ਤੂੰ ਸੁਖੀ ਹੋ ਜਾਏਗਾ। ਉਹ ਕਹਿੰਦੇ ਨਹੀਂ, ਤੈਨੂੰ ਨਾਮ ਮਿਲ ਜਾਏਗਾ, ਤੂੰ ਸੁਖੀ ਹੋ ਜਾਏਗਾ। ਬੇਸ਼ੱਕ ਤੇਰੇ ਕੋਲ ਪੈਸੇ ਨਾ ਹੋਣ, ਤੇਰੇ ਅੰਦਰ ਜਿਹੜਾ ਅੰਦਰ ਹੈ ਤ੍ਰਿਸ਼ਨਾਵਾਂ ਦੀ ਅੱਗ ਲੱਗੀ ਆ, ਉਹਨਾਂ ਚਿਰ ਤੱਕ ਬੁਝਣੀ ਨਹੀਂ ਹੈ ਜਿੰਨਾ ਚਿਰ ਤੱਕ ਨਾਮ ਰੂਪੀ ਅੰਮ੍ਰਿਤ ਤੇਰੇ ਅੰਦਰ ਪ੍ਰਗਟ ਨਹੀਂ ਹੁੰਦਾ। ਬਾਣੀ 'ਚ ਕਿਹਾ ਅੰਮ੍ਰਿਤ ਵੇਲੇ ਬਬੀਹਾ ਬੋਲਿਆ ਤਾਂ ਦਰ ਸੁਣੀ ਪੁਕਾਰ। ਜਦੋਂ ਬੋਲਿਆ ਤੇ ਉਸ ਤੋਂ ਬਾਅਦ ਪੁਕਾਰ ਸੁਣੀ ਗਈ। ਤੂੰ ਵੀ ਪੁਕਾਰੇਂਗਾ ਤੇ ਤੇਰੇ ਅੰਦਰ ਵੀ ਉਹ ਚੀਜ਼ ਪੈਦਾ ਹੋਵੇ। ਜਦ ਤੱਕ ਤੂੰ ਪੁਕਾਰਦਾ ਨਹੀਂ ਹੈ ਨਾ, ਉਹਨਾਂ ਚਿਰ ਤੱਕ ਨਹੀਂ ਜੋ ਮਿਲਣਾ। ਹਾਂਜੀ ਨਿਜਾ ਸਾਹਿਬ ਅੱਗੇ ਚੱਲੀ। ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਕਹਿੰਦੇ ਉਹ ਅੰਮ੍ਰਿਤ ਰਸ
ਰਾਜਾ ਰਾਮ ਦਾ ਜਿਹੜਾ ਅਸਲੀ ਮਾਲਕ ਪਰਮਾਤਮਾ ਬਾਣੀ ਜਿਹੜੀ ਬ੍ਰਹਮ ਗਿਆਨੀ ਜਿਹਨੂੰ ਕਹਿ ਰਹੇ ਆ ਭਾਈ, ਆਹ ਹੈਗਾ ਸਵਾਦ, ਆਹ ਹੈਗਾ ਅੰਮ੍ਰਿਤ, ਜਿਹਦੇ ਵਾਸਤੇ ਜਿਹੜਾ ਹੈਗਾ ਮਾਲਕ ਨੇ ਆਪਾਂ ਨੂੰ ਭੇਜਿਆ ਸੀ ਇਹਨੂੰ ਲੱਭਣ ਵਾਸਤੇ। ਇਹਦੇ ਨਾਲ ਆਪਣਾ ਜਿਹੜਾ ਹੈਗਾ ਆਪਣੀ ਤ੍ਰਿਪਤੀ ਹੋਣੀ ਆ ਇਸ ਦੇ ਨਾਲ, ਇਹ ਰਾਜਾ ਰਾਮ ਦੇ ਰਸ ਦੇ ਨਾਲ। ਨਹੀਂ ਤਾਂ ਆਪਾਂ ਨੂੰ ਜਿਹੜਾ ਹੈਗਾ ਦੁਨੀਆ ਦੇ ਜਿੰਨੇ ਮਰਜ਼ੀ ਰਸ ਲੈ ਲਓ, ਜਿੰਨੇ ਮਰਜ਼ੀ ਪਦਾਰਥ ਭੋਗ ਲਓ, ਜੋ ਮਰਜ਼ੀ ਭੋਗ ਲਓ, ਆਪਾਂ ਨੇ ਅੰਦਰ ਪਿਆਸ ਵਧਣੀ ਆ, ਬੁਝਣੀ ਨਹੀਂ ਹੈਗੀ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨ ਰਸ ਬੀਸਰ ਜਾਹੀ ਰਹਾਓ। ਉਸ ਰਸ ਦੇ ਨਾਲ ਬਾਕੀ ਰਸ ਵਿਸਰਨੇ ਆ ਭਾਈ। ਨਹੀਂ ਤਾਂ ਜਿਹੜਾ ਹੈਗਾ ਕਿੰਨਾ ਮਰਜ਼ੀ ਜਿਹੜਾ ਹੈਗਾ ਇਨਸਾਨ ਚਾਹੇ ਵੀ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰ ਲੈ, ਨਿਗਰਾਹ ਕਰ ਲੈ, ਜਿੰਨਾ ਮਰਜ਼ੀ ਜਿਹੜਾ ਹੈਗਾ ਆਪਣੇ ਆਪ ਨੂੰ ਬਈ ਮੈਂ ਜਿਹੜਾ ਹੈਗਾ ਆਹ ਛੱਡ ਦਿੰਦਾ ਹੈ, ਆਹ ਕਰ ਦਿੰਦਾ ਹੈ, 2 ਦਿਨ ਬਾਅਦ ਫਿਰ ਜਿਹੜਾ ਹੈਗਾ ਉਹ ਪੂਰੀ ਦੀ ਪੂਰੀ ਕਸਰ ਨਿਕਲ ਜਾਂਦੀ ਹੈ। ਜਿੰਨੇ 2 ਦਿਨ ਜਿਹੜੇ ਹੈ ਜਿੰਨੇ ਆਪਾਂ ਨੇ ਜਿਹੜੇ ਹੈਗੇ ਆ ਉਸ ਸੰਕੋਚ ਕੀਤਾ ਸੀਗਾ, ਉਸ ਤੋਂ ਜਿਹੜਾ ਹੈਗਾ ਕਈ ਗੁਣਾ ਜ਼ਿਆਦਾ ਆਪਾਂ ਉਹਨੂੰ ਜਿਹੜਾ ਹੈਗਾ ਬੰਨ ਟੁੱਟ ਜਾਂਦਾ ਇਨਸਾਨ ਦਾ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨ ਰਸ ਬੀਸਰ ਜਾਹੀ ਰਹਾਓ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਰੱਬ ਦਾ ਨਾਮ ਛੱਡ ਕੇ ਆਪਾਂ ਦੂਜੇ ਰਸਾਂ ਦੇ ਵਿੱਚ ਭੱਜੇ ਫਿਰਾਂਗੇ, ਇਹ ਕੋਈ ਚੰਗੀ ਚੀਜ਼ ਥੋੜੀ ਹੈ। ਦੇਖੋ ਬਾਣੀ 'ਚ ਵੀ ਲਿਖਿਆ ਹੈ, ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋ। ਜਦੋਂ ਕੋਈ ਬੰਦਾ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ ਤੇ ਫਿਰ ਜ਼ਿੰਦਗੀ ਦਾ ਜੀਣ ਦਾ ਮਕਸਦ ਕੀ ਆਪਣਾ? ਬਹੁਤ ਘਟੀਆ। ਹਜੇ ਜਾਨਵਰ ਸਾਡੇ ਤੋਂ ਵਧੀਆ ਨੇ, ਕਮ ਸੇ ਕਮ ਉਹ ਲਿਮਟ 'ਚ ਤੇ ਚੱਲ ਰਹੇ ਨੇ, ਪਰ ਆਪਣੀ ਕੋਈ ਲਿਮਟ ਨਹੀਂ ਹੈਗੀ। ਦਿਖਣ ਨੂੰ ਤੁਹਾਨੂੰ ਲੋਕ ਦਿਖਦੇ ਪਏ ਨੇ ਧਰਤੀ ਤੇ ਬਹੁਤ ਸਾਰੇ, ਪਰ ਇਹ ਅੰਦਰੋਂ ਇਨਸਾਨ ਥੋੜੀ ਹੈਗੇ ਨੇ। ਅਸੰਖ ਚੋਰ ਹਰਾਮ ਖੋਰ, ਅਸੰਖ ਗਲਵਡ ਹੱਤਿਆ ਕਮਾਵੇ, ਅਸੰਖ ਪਾਪੀ ਪਾਪ ਕਰ ਜਾਵੇ। ਬਾਣੀ 'ਚ ਲਿਖਿਆ ਅਸੰਖ ਹੈਗੇ। ਔਰ ਤੁਸੀਂ ਦੇਖੋ ਤੁਹਾਡੇ ਲਾਗੇ ਬੰਨੇ ਕਿੰਨੇ ਤੁਰੇ ਫਿਰਦੇ ਨੇ, ਉਹਨਾਂ ਦੇ ਲਈ ਤਾਂ ਕੁਛ ਵੀ ਨਹੀਂ ਹੈ, ਉਹਨਾਂ ਦੀ ਕੋਈ ਰੱਬ ਰੂਪ ਨਹੀਂ ਹੈਗਾ, ਉਹਨਾਂ ਦੇ ਲਈ ਕੇਵਲ ਪਦਾਰਥ ਹੈ। ਆਪ ਜਸਟ ਸੋਚੋ ਕਿ ਕਿੱਡਾ ਘਟੀਆ ਜੀਵਨ ਹੋਊਗਾ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕੇਵਲ ਪਦਾਰਥ ਪ੍ਰਾਪਤ ਕੀਤੇ ਤੇ ਪਰਮਾਤਮਾ ਨੂੰ ਛੱਡਤਾ। ਕੀ ਹੈ ਉਹ ਬੰਦਾ? ਕੀ ਬੰਦਾ ਸੱਚੀ ਸੁਖੀ ਹੋਊਗਾ? ਨਹੀਂ, ਉਹ ਬੰਦਾ ਸਭ ਤੋਂ ਦੁਖੀ ਹੈ। ਬਾਣੀ 'ਚ ਕਿਹਾ ਹੈ, ਔਰ ਵੈਸੇ ਵੀ ਬਾਣੀ 'ਚ ਕਿਹਾ ਉਹ ਅਲੱਗ ਚੀਜ਼ ਆ। ਤੁਸੀਂ ਪਰਮਾਤਮਾ ਨੂੰ ਆਪਣੇ ਜੀਵਨ 'ਚੋਂ ਬਾਹਰ ਕੱਢ ਦਿਓ, ਬਾਕੀ ਕੀ ਰਹਿ ਗਿਆ? ਕੁਛ ਵੀ ਨਹੀਂ ਰਹਿ ਗਿਆ, ਮਿੱਟੀ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਹਾਂ, ਪਰਮਾਤਮਾ ਤੋਂ ਬਿਨਾਂ ਤੇ ਜੀਵਨ ਨੂੰ ਜਿਉਣਾ ਤੇ ਬੜੀ ਵੱਡੀ ਗੱਲ। ਅਸੀਂ ਜਿਉਣ ਦੇ ਬਾਰੇ ਸੋਚਣਾ ਵੀ, ਜੇ ਸੋਚਦੇ ਵੀ ਪਏ ਆ ਨਾ, ਉਹ ਵੀ ਬੜੀ ਵੱਡੀ ਗੱਲ ਹੋ ਜਾਏਗੀ ਜੀਣਾ। ਪਰ ਲੋਕੀ ਵੇਖ ਲੋ ਨਹੀਂ ਮੰਨਦੇ, ਪਰ ਪਰਮਾਤਮਾ ਤੋਂ ਬਿਨਾਂ ਹੀ ਆਪਣਾ ਜੀਵਨ ਬਤੀਤ ਕਰ ਰਹੇ ਨੇ, ਉਹ ਫਿਰ ਬਹੁਤ ਦੁਖੀ ਨੇ ਲੋਕ। ਬਾਹਰ ਦੇ ਬਾਹਰਲੀਆਂ ਕੰਟਰੀਆਂ 'ਚ ਵੇਖੋ ਕਿੰਨੀਆਂ ਮਾਨਸਿਕ ਬਿਮਾਰੀਆਂ ਲੋਕਾਂ ਨੂੰ। ਅਮਰੀਕਾ ਦੇ ਵਿੱਚ ਇੰਨੇ ਮਾਨਸਿਕ ਬਿਮਾਰ ਲੋਕ ਨੇ, ਕੇਵਲ ਮਨ ਦੀਆਂ ਬਿਮਾਰੀਆਂ। ਅਸਲ 'ਚ ਬਿਮਾਰੀਆਂ ਹੈ ਹੀ ਨਹੀਂ, ਮਾਨਸਿਕ ਬਿਮਾਰੀਆਂ। ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾ ਰਹੇ, ਉਹ ਵਿਚਾਰ ਹੀ ਨਹੀਂ ਬੰਦ ਹੋ ਰਹੇ ਉਹਨਾਂ ਦੇ। ਲਗਾਤਾਰ ਮਸ਼ੀਨ ਚੱਲ ਰਹੀ ਆ, ਗੱਡੀ ਇੰਨੀ ਜ਼ਿਆਦਾ ਭਜਾ ਲਈ ਆ, ਹੁਣ ਬ੍ਰੇਕ ਹੀ ਨਹੀਂ ਵੱਜਣ ਦੀ, ਕਿਉਂਕਿ ਅੰਦਰੋਂ ਖਾਲੀ ਹੋ ਗਏ ਨੇ। ਜਿਹੜਾ ਬੰਦਾ ਅੰਦਰੋਂ ਖਾਲੀ ਹੋ ਗਿਆ ਉਹ ਬੰਦਾ ਤੇ ਡੰਮੀ ਹੈਗਾ। ਬਾਹਰੋਂ ਬੰਦਾ ਦੇਖਦਾ ਪਿਆ, ਅੰਦਰੋਂ ਦੁਖੀ, ਅੰਦਰੋਂ ਮਹਿਸੂਸਿਆ ਹੋਇਆ, ਇੱਕਦਮ ਦੁਖੀ, ਚਿੰਤਾ ਦੇ ਵਿੱਚ ਗ੍ਰਸਤ। ਹਾਂਜੀ ਠੀਕ ਹੈ ਨਿੱਜੇ ਸਾਹਿਬ, ਠੀਕ ਹੈ। ਹਾਂਜੀ ਵੀਰ ਜੀ ਬਿਲਕੁਲ ਵਧੀਆ। ਔਰ ਦੇਖ ਲਓ ਆਪਣੇ ਜਿਹੜੇ ਹੈ ਰਵਿਦਾਸ ਜੀ ਕਹਿ ਰਹੇ, ਕਹਿੰਦੇ ਕਿ ਤੂੰ ਜਿਹੜਾ ਹੈਗਾ ਇਨਸਾਨ ਕਰਦਾ ਕੀ, ਆਪਾਂ ਕਰਦੇ ਕੀ ਹੈਗੇ ਆ, ਆਪਾਂ ਸਵਾਸ ਕਿੱਥੇ ਲਗਾ ਰਹੇ ਹਾਂ? ਇਹ ਸਵਾਸ ਮਿਲੇ ਸੀ ਆਪਾਂ ਨੂੰ ਨਾਮ ਦਾ ਜਿਹੜਾ ਹੈਗਾ ਖੇਤੀ ਬੀਜਣ ਵਾਸਤੇ ਮਿਲੇ ਸੀਗੇ। ਨਾਮ ਖੇਤੀ ਬੀਜੋ ਪਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਇਸ ਕੰਮ ਵਾਸਤੇ ਮਿਲੇ ਸੀ ਸਵਾਸ। ਤੇ ਇਨਸਾਨ ਕਰਦਾ ਕੀ ਆ? ਐਸਾ ਅਵਿਵੇਕ ਹੈਗਾ, ਐਸੀ ਅਵਿਦਿਆ ਹੈਗੀ, ਉਹਦੇ ਕਾਰਨ ਜਿਹੜਾ ਫਰੀਦ ਜੀ ਕਹਿੰਦੇ ਆ, ਫਰੀਦਾ ਲੋੜੇ ਦਾਖ ਬਿਜੂਰੀਆਂ ਕਿੱਕਰ ਬੀਜੇ ਜੱਟ। ਕਹਿੰਦੇ ਬੀਜ ਤਾਂ ਕਿੱਕਰ ਰਿਹਾ ਆ, ਤੇ ਸੋਚਦਾ ਮੈਨੂੰ ਬਿਜਨੌਰ ਦੀਆਂ ਜਿਹੜੀਆਂ ਨੇ ਉਹ ਬਰੀਕ ਬਰੀਕ ਛੋਟੀਆਂ ਛੋਟੀਆਂ ਦਾਖਾਂ ਬੜੀਆਂ ਮਿੱਠੀਆਂ ਹੁੰਦੀਆਂ, ਕਹਿੰਦੇ ਉਹ ਮਿਲ ਜਾਣਗੀਆਂ ਮੈਨੂੰ। ਫਿਰ ਕਹਿੰਦੇ ਹੰਡੇ ਉੱਨ ਕਤਾਇਂਦਾ ਪੈਂਦਾ ਲੋੜੇ ਪੱਟ। ਤੇ ਸਾਰੀ ਉਮਰ ਜਿਹੜਾ ਹੈਗਾ ਕੱਤ ਦਾ ਸੂਤ ਹੀ ਫਿਰਦਾ ਹੈ, ਉੱਨ ਹੀ ਕੱਤਦਾ ਰਹਿੰਦਾ ਹੈ, ਔਰ ਚਾਹੁੰਦਾ ਹੈ ਮੈਨੂੰ ਰੇਸ਼ਮ ਮਿਲ ਜੇ ਪਾਉਣ ਵਾਸਤੇ।
ਆ ਹੈਗਾ ਭਾਈ, ਆ ਵਿਚਾਰਿਓ ਨਹੀਂ ਹੈ। ਆਪਾਂ ਕੀ ਕਰ ਰਹੇ ਹਾਂ, ਕੀ ਬੀਜ ਰਹੇ ਹਾਂ ਆਪਾਂ ਕਿੱਥੇ ਸਵਾਸ ਲਗਾ ਰਹੇ ਹਾਂ? ਆਪਾਂ ਤਾਂ ਦੁਨਿਆਵੀ ਰਸਾਂ ਦੇ ਵਿੱਚ ਸਵਾਸ ਲਗਾ ਰਹੇ ਹਾਂ। ਉਹ ਰਾਮ ਦਾ ਰਸ ਜਿਹੜਾ ਹੈਗਾ ਉਹ ਤਾਂ ਬੀਜ ਹੀ ਨਹੀਂ ਰਹੇ ਆਪਾਂ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਬਿਸਰ ਅਨ ਰਸ ਬਿਸਰ ਜਾਹੀ। ਬਾਕੀ ਰਸ ਬਿਸਰ ਜਾਣੇ ਸੀ ਉਹਦੇ ਨਾਲ। ਰਹਾਓ ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਹੁਣ ਇੱਥੇ ਜਿਹੜਾ ਹੈਗਾ ਕਹਿੰਦੇ ਇੱਕ ਤਾਂ ਚੋਰੀ ਤੇ ਇੱਕ ਸੀਨਾ ਜੋਰੀ। ਜਾਣ ਅਜਾਨ ਕਹਿੰਦੇ ਇੱਕ ਤਾਂ ਅਣਜਾਣ ਬੰਦਾ ਹੈ, ਚਲੋ ਵੀ ਇਹਨੂੰ ਪਤਾ ਨਹੀਂ ਆ। ਕਹਿੰਦੇ ਇੱਥੇ ਇਸ ਤਰ੍ਹਾਂ ਦੀ ਗੱਲ ਨਹੀਂ ਆ। ਰਵਿਦਾਸ ਜੀ ਦੇਖੋ ਕਿੱਥੋਂ ਦੀ ਕੋਡੀ ਲੈ ਕੇ ਆਏ ਆ। ਕਹਿੰਦੇ ਤੂੰ ਜਿਹੜਾ ਹੈ ਖਚਰਾ ਹੈਗਾ, ਖਚਰਾ ਜਾਣ ਕੇ ਅਣਜਾਣ ਬਣਿਆ ਹੋਇਆ ਹੈ ਤੂੰ। ਜਾਨ ਅਜਾਨ ਪਏ ਹਮ ਬਾਵਰ, ਕਹਿੰਦੇ ਅਸੀਂ ਤਾਂ ਜਾਣ ਕੇ ਹੀ ਬਾਵਲੇ ਹੋਏ ਪਏ ਆ। ਜਾਨ ਅਜਾਨ ਜਾਣ ਕੇ ਜਿਹੜਾ ਸਾਰਾ ਪਤਾ ਹੈ ਵੀ ਆ ਜ਼ਹਿਰ ਹੈ, ਆ ਜਿਹੜਾ ਹੈਗਾ ਅੰਮ੍ਰਿਤ ਇੱਥੇ ਹੈ, ਭਗਤੀ ਹੈਗੀ, ਸਾਰਾ ਕੁਝ ਪਤਾ ਹੈ, ਫਿਰ ਵੀ ਨਹੀਂ ਚਾਹੁੰਦੇ। ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਕਹਿੰਦੇ ਦਿਨ ਕਿਵੇਂ ਗੁਜ਼ਰ ਜਾਂਦਾ ਇਨਸਾਨ ਦਾ। ਕਹਿੰਦੇ ਦਿਨ ਜਿਹੜਾ ਹੈਗਾ, ਦਿਨ ਕੀ ਰਾਤ ਵੀ ਜਿਹੜਾ ਹੈਗਾ 24/7 ਜਿਹੜਾ ਇਨਸਾਨ ਕੀ ਕਰਦਾ ਹੈ, ਬਸ ਵਿਚਾਰ ਚੱਲਦੇ ਆ। ਵਿਚਾਰਾਂ 'ਚ ਕੀ ਹੁੰਦਾ ਹੈ, ਕੋਈ ਚੰਗੀ ਗੱਲ ਵੀ ਕਦੀ ਕਦੀ ਹੋ ਜਾਂਦੀ ਹੈ, ਕਦੇ ਬਾਕੀ ਅਸੋਚ ਤਾਂ ਹੁੰਦੀ ਹੈ ਉੱਥੇ। ਚੰਗੇ ਤੇ ਮਾੜੇ ਵਿਚਾਰ ਇਹ ਚੱਲਦੇ ਹੀ ਰਹਿੰਦੇ, ਚੱਲਦੇ ਇਕੱਲੇ ਵਿਚਾਰ ਚੱਲਦੇ, ਐਕਸ਼ਨ ਨਹੀਂ ਹੈਗੀ ਕੁਛ ਵੀ। ਬਸ ਇਸ ਤਰ੍ਹਾਂ ਕਹਿੰਦੇ ਦਿਵਸ ਚਲੇ ਜਾਂਦਾ ਹੈ। ਇਹ ਵਿਚਾਰਾਂ ਦੇ ਵਿੱਚ ਜਿਹੜਾ ਹੈਗਾ ਇਨਸਾਨ ਦੀ ਉਮਰ ਜਿਹੜੀ ਹੈਗੀ ਜਾਈ ਜਾ ਰਹੀ ਹੈ, ਔਰ ਇਨਸਾਨ ਫਿਰ ਵਿਚਾਰ ਕਰਨੋਂ ਹਟਦਾ ਨਹੀਂ ਹੈਗਾ। ਜਾਨ ਔਰ ਸਾਰਿਆਂ ਨੂੰ ਪਤਾ ਹੈ, ਦੇਖ ਲਓ ਆਪਾਂ ਨੂੰ ਵੀ ਪਤਾ ਹੈ ਵੀ ਵਿਚਾਰ ਕਰਨ ਦੇ ਨਾਲ ਇਸ ਤਰ੍ਹਾਂ ਜਿਹੜਾ ਹੈ ਨੁਕਸਾਨ ਹੋ ਰਿਹਾ, ਆਪਾਂ ਨੇ ਕਿਹੜਾ ਹਟ ਜਾਣਾ। ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਹੁਣ ਦੇਖ ਲਓ ਕਿ ਕੰਪੈਰੀਜ਼ਨ ਕਰੀਏ, ਇਹ ਭੋਗ ਵਿਲਾਸ ਦੇ ਵਿੱਚ ਕਾਮ ਇੰਦਰੀ ਸਭ ਤੋਂ ਸਬਲ ਹੈਗੀ ਆ, ਬਾਕੀ ਇੰਦਰੀਆਂ ਕਿਹੜੀਆਂ ਘੱਟ ਹੈਗੀਆਂ। ਨਿਬਲ ਵਿਵੇਕ ਬੁੱਧ, ਵਿਵੇਕ ਬੁੱਧੀ ਕਹਿੰਦੇ ਬਿਲਕੁਲ ਕਮਜ਼ੋਰ ਹੋਈ ਪਈ ਆ। ਉਹ ਤਾਂ ਸੁਣਦਾ ਹੀ ਨਹੀਂ ਆਤਮਾ ਦੀ ਆਵਾਜ਼। ਆਤਮਾ ਬੋਲਦੀ ਆ, ਉਹ ਤਾਂ ਬਿਲਕੁਲ ਜਿਹੜੀ ਹੈਗੀ ਉਹ ਤਾਂ ਉਹਨੂੰ ਤਾਂ ਬਿਲਕੁਲ ਉਹਨੇ ਪੂਰਾ ਦਾ ਪੂਰਾ ਜਿਹੜਾ ਹੈਗਾ ਉਹਦੀ ਆਵਾਜ਼ ਹੀ ਨਹੀਂ ਨਿਕਲਣ ਦਿੰਦਾ ਆਤਮਾ ਦੀ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਪਰਮਾਰਥ ਦੀ ਕੋਈ ਗੱਲ ਹੀ ਨਹੀਂ ਹੈ। ਪਰਮਾਰਥ ਦੇ ਬਾਰੇ ਤਾਂ ਪ੍ਰਵੇਸ਼ ਉੱਥੇ ਉਸ ਤੇ ਤਾਂ ਐਂਟਰੀ ਹੈ ਨਹੀਂ, ਨੋ ਐਂਟਰੀ ਦਾ ਬੋਰਡ ਲੱਗਿਆ ਹੋਇਆ। ਹਾਂਜੀ ਵੀਰ ਜੀ। गोरखी साहब, शायद ड्रॉप हो गए। एक सेकंड जी। ਉਹਨਾਂ ਦਾ ਕਨੈਕਸ਼ਨ ਕੱਟ ਗਿਆ, ਆ ਜਾਣਗੇ ਜੀ। जान अजान पए हम बावर, सोच असोच दिवस जाही। इंद्री सबल निबल विवेक बुद्ध, परमारथ प्रवेश नहीं। परमारथ ਦੇ ਵਿੱਚ ਆਪਣਾ ਕੋਈ ਪ੍ਰਵੇਸ਼ ਨਹੀਂ ਹੈਗਾ। ਉਹ ਆਪਣੇ ਅੰਦਰ ਜਿਹੜਾ ਹੈਗੇ ਪਰਮਾਰਥ ਜਿਹੜਾ ਹੈਗਾ ਵਿਵੇਕ ਬੁੱਧ ਜਿਹੜੀ ਆ ਆਉਣੀ ਨਹੀਂ ਹੈਗੀ। ਭਗਤੀ ਵਾਲੀ ਗੱਲ ਆਪਣੇ ਅੰਦਰ ਐਂਟਰ ਹੀ ਨਹੀਂ ਕਰਨੀ ਆਪਣੀ ਸੋਚ ਦੇ ਵਿੱਚ। ਤੇ ਆਖਰੀ ਹਾਂਜੀ ਗੋਰਖ ਸਾਹਿਬ, ਫਿਰ ਲਈਏ ਇਹਨੂੰ ਦੂਸਰੇ ਬੰਦ। ਚਲੋ ਦੁਬਾਰਾ ਲਵਾਂ? ਹਾਂ ਲੈ ਲਓ। ਨਹੀਂ ਕੋਈ ਨਹੀਂ, ਚਲੋ ਕੋਈ ਗੱਲ ਨਹੀਂ। ਆਪਾਂ ਇਹ ਦੂਸਰੇ ਦੀ ਵਿਆਖਿਆ ਕਰਨੀ ਸੀਗੀ, ਤੁਸੀਂ ਦੂਸਰੇ ਨੂੰ ਇੱਕ ਵਾਰੀ ਜਿਹੜਾ ਹੈਗਾ ਫਿਰ ਮੈਂ ਬੋਲ ਦੇਣਾ। ਹਾਂਜੀ। ਜਾਨ ਅਜਾਨ ਪਏ ਹਮ ਬਾਵਰ, ਕਹਿੰਦੇ ਜਾਣ ਕੇ, ਕਹਿੰਦੇ ਇਸ ਤਰ੍ਹਾਂ ਨਹੀਂ ਹੈ ਕਿ ਪਤਾ ਨਹੀਂ ਹੈ, ਸਾਰਾ ਕੁਝ ਪਤਾ ਹੈ। ਜਾਣ ਕੇ ਅਣਜਾਣ ਹੋਏ ਪਏ ਆ। ਜਿਹੜਾ ਕਹਿੰਦੇ ਜਿਹੜਾ ਹੈਗਾ, ਇੱਕ ਤਾਂ ਅਣਜਾਣ ਹੁੰਦਾ ਵਿਚਾਰਾ, ਕੁਝ ਪਤਾ ਨਹੀਂ ਬੰਦੇ ਨੂੰ। ਇੱਕ ਕਹਿੰਦਾ ਹੈ ਬਿਲਕੁਲ ਜਿਹੜਾ ਜਾਣ ਕੇ ਹੀ ਅਣਜਾਣ ਬਣਿਆ ਹੋਇਆ ਹੈ। ਕਹਿੰਦੇ ਇਸ ਤਰ੍ਹਾਂ ਅਸੀਂ ਬਾਵਲੇ ਬਣੇ ਹੋਏ ਹਾਂ, ਸਾਰਾ ਕੁਝ ਪਤਾ ਹੈ ਸਾਨੂੰ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕੀ ਕਰ ਰਹੇ ਹਾਂ। ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਕਹਿੰਦੇ ਦਿਨ ਕਿਸ ਤਰ੍ਹਾਂ ਜਾਂਦੇ ਆ, ਗੁਜ਼ਰਦੇ ਕਿਵੇਂ ਆ, ਉਮਰ ਕਿਵੇਂ ਗੁਜ਼ਰ ਰਹੀ ਆ। ਕਹਿੰਦੇ ਬਸ ਆਹ ਖਿਆਲਾਂ ਦੇ ਵਿੱਚ ਹੀ ਉਮਰ ਗੁਜ਼ਰ ਰਹੀ ਆ। ਬਸ ਇਹ ਜਿਹੜੀਆਂ ਲਹਿਰਾਂ ਹੀ ਚੱਲੀ ਜਾ ਰਹੀਆਂ ਆ।
ਕੋਈ ਸੋਚਦੀ ਤੇ ਕੋਈ ਅਸੋਚਦੀ। ਅਸੋਚ ਦੀਆਂ ਬਹੁਤ ਹੈਗੀਆਂ, ਮਾੜੀਆਂ ਲਹਿਰਾਂ ਬਹੁਤ ਉੱਡਦੀਆਂ, ਮਾੜੇ ਵਿਚਾਰ ਬਹੁਤ ਆਉਂਦੇ ਆ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ। ਕਹਿੰਦੇ ਇੰਦਰੀ ਜਿਹੜੀ ਹੈ ਕਾਮ ਇੰਦਰੀ ਤਾਂ ਇੰਨੀ ਸਬਲ ਹੈ, ਇੰਨੀ ਪ੍ਰਬਲ ਹੈ, ਔਰ ਬਾਕੀ ਇੰਦਰੀਆਂ ਕਿਹੜੀਆਂ ਘੱਟ ਹੈਗੀਆਂ ਉਹ ਵੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਉਹ ਵੀ ਪੂਰੀਆਂ ਜਿਹੜੀਆਂ ਹੈਗੀਆਂ ਜ਼ੋਰ ਲਾਉਂਦੀਆਂ। ਤੇ ਵਿਵੇਕ ਬੁੱਧੀ ਜਿਹੜੀ ਹੈ ਕਮਜ਼ੋਰ ਹੋਈ ਪਈ ਆ। ਇੰਦਰੀ ਸਬਲ, ਇੰਦਰੀਆਂ ਦੇ ਰਸ ਸਬਲ ਹੋਏ ਪਏ ਆ। ਨਿਬਲ ਵਿਵੇਕ ਬੁੱਧ, ਵਿਵੇਕ ਬੁੱਧੀ ਜਿਹੜੀ ਆ ਕਮਜ਼ੋਰ ਆ, ਉਹਦੀ ਆਵਾਜ਼ ਹੀ ਨਹੀਂ ਸੁਣਦੇ ਆਤਮਾ ਦੀ। ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਜਿਹੜੀ ਹੈਗੀ ਪਰਮਾਰਥ ਵਾਲੀ ਕੋਈ ਗੱਲ ਨਹੀਂ ਹੈ। ਪਰਮਾਰਥ 'ਚ ਤਾਂ ਨੋ ਐਂਟਰੀ ਦਾ ਬੋਰਡ ਲੱਗਿਆ ਪਿਆ ਭਾਈ, ਕਿ ਰੱਬ ਵਾਲੀ ਜਿਹੜੀ ਹੈਗੀ ਆ ਇਸ ਪਾਸੇ ਦਾ ਧਿਆਨ ਲਾਉਣਾ ਹੀ ਨਹੀਂ, ਸੋਚਣਾ ਹੀ ਨਹੀਂ ਹੈ ਇਸ ਪਾਸੇ। ਇਹ ਲਿਵ ਵਾਲੇ ਰਸਤੇ 'ਤੇ ਜਿਹੜਾ ਹੈਗਾ ਆਪਾਂ ਨੇ ਮਾਇਆ ਵਾਲੇ ਪਾਸੇ ਹੀ ਸਾਰੇ ਸਵਾਸ ਲਾਉਣੇ ਆ। ਇਹ ਭਗਤੀ ਵੱਲ ਜਿਹੜੇ ਹੈਗੇ ਨਿਰਵਿਚਾਰ ਹੋਣ ਵਾਸਤੇ ਜਿਹੜੇ ਹੈਗੇ ਕਹਿੰਦੇ ਉਹਦਾ ਪ੍ਰਵੇਸ਼ ਹੈ ਨਹੀਂਗਾ, ਉਸ ਪਾਸੇ ਹੈ ਨਹੀਂ, ਨੋ ਐਂਟਰੀ ਹੈਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਬਾਣੀ 'ਚ ਲਿਖਿਆ ਵਾ ਜਾਨਤ ਵੀ ਔਗਣ ਕਰੇ। ਹਾਂ, ਹਾਥ ਦੀਪਕ ਕੁएं ਪਰੇ ਕਾਹੇ ਕੀ ਕੁਸ਼ਲਾਤ। ਦੀਵਾ ਵੀ ਇਹ ਜਾਗ ਰਿਹਾ ਹੈ ਫਿਰ ਵੀ ਕੁएं 'ਚ ਜਾ ਰਿਹਾ ਹੈ। ਵੇਖਿਆ ਬਾਣੀ 'ਚ ਲਿਖਿਆ। ਬਾਣੀ ਕਹਿੰਦੀ ਆ ਇਹਨੂੰ ਸਭ ਪਤਾ ਹੈ। ਚੋਰੀ ਐਵੇਂ ਥੋੜੀ ਹੋ ਜਾਂਦੀ ਆ, ਪੂਰਾ ਪਲਾਨ ਕਰਦਾ ਕਿੱਦਾਂ ਕਰਨੀ ਆ। ਫਿਰ ਇਹ ਵੀ ਧਿਆਨ ਰੱਖਦਾ ਹੈ ਕਿ ਮੈਂ ਫੜਿਆ ਨਾ ਜਾਵਾਂ, ਮੈਨੂੰ ਪੁਲਿਸ ਨਾ ਫੜ ਲੇ। ਪਰ ਇਹ ਨਹੀਂ ਸੋਚਦਾ ਕਿ ਜੇ ਮੈਨੂੰ ਪੁਲਿਸ ਨੇ ਨਹੀਂ ਫੜਿਆ ਕੋਈ ਗੱਲ ਨਹੀਂ, ਪਰ ਧਰਮਰਾਜ ਨੇ ਮੈਨੂੰ ਫੜ ਲੈਣਾ ਹੈ। ਪਰ ਉਧਰ ਨਹੀਂ ਧਿਆਨ ਦਿੰਦਾ। ਨਿਜਾ ਸਾਹਿਬ ਬਿਲਕੁਲ ਠੀਕ ਹੈ ਜੀ। ਔਗਣ ਕਰਦਾ ਹੈ, ਠੀਕ ਹੈ ਮੰਨ ਲਈਏ ਆਪਾਂ ਪੁਲਿਸ ਦੀ ਅੱਖਾਂ 'ਚ ਧੋਖਾ ਪਾਤਾ। ਇੱਕ ਪਤੀ ਨੇ ਆਪਣੀ ਘਰ ਦੀ ਅੱਖਾਂ 'ਚ ਘੱਟਾ ਪਾਤਾ, ਪਤਨੀ ਨੇ ਆਪਣੇ ਘਰ ਦੀ ਅੱਖਾਂ 'ਚ ਘੱਟਾ ਪਾਤਾ। ਆਪਾਂ ਮਾਂ ਪਿਓ ਦੇ ਅੱਖਾਂ 'ਚ ਘੱਟਾ ਪਾਤਾ, ਮਾਂ ਪਿਓ ਨੇ ਚਲੋ ਧੀਆਂ ਪੁੱਤਾਂ ਦੀ ਅੱਖਾਂ 'ਚ ਘੱਟਾ ਪਾਤਾ, ਆਪਾਂ ਬਹੁਤ ਦੀਆਂ ਅੱਖਾਂ 'ਚ ਘੱਟਾ ਪਾਤਾ। ਕੁਦਰਤ ਜਿਹੜੀ ਬੈਠੀ ਆ ਕੀ ਆਪਾਂ ਨੂੰ ਬੇਵਕੂਫ ਬਣਾ ਲਾਂਗੇ? ਹੈ ਜਿਹੜਾ ਜਿੰਨੇ ਡਿਜ਼ਾਈਨਰ ਆ, ਜਿੰਨੇ ਸਾਰਾ ਕੁਝ ਬਣਾਇਆ, ਕਿਤੇ ਵੇਖਿਆ ਉਹਦੀ ਕੁਝ ਗਲਤੀ ਹੈਗੀ ਹੈ? ਉਹਨੇ ਤਾਂ ਆਪਣੇ ਅੰਦਰ ਹੀ ਕੈਮਰੇ ਫਿੱਟ ਕੀਤੇ ਹੋਏ ਆ ਗੁਰਕੀ ਸਾਹਿਬ, ਆਪਣੇ ਅੰਦਰ ਹੀ ਕੈਮਰੇ ਫਿੱਟ ਕੀਤੇ ਹੋਏ ਸਾਰੇ ਵੀਡੀਓ ਕੈਮਰੇ ਹੈਗੇ। ਉਹ ਕਹਿੰਦਾ ਤੇਰਾ ਚੇਤੇ ਤੇ ਲਿਖ ਕੇ ਲੈ ਆ। ਤੇ ਆਪ ਹੀ ਲਿਖਦਾ ਬੰਦਾ, ਮੁੜ ਕੇ ਰੌਲਾ ਪਾਉਂਦਾ। ਕਈ ਫਿਰ ਕਹਿੰਦੇ ਆ ਕਿ ਵੀਰ ਜੀ ਅਸੀਂ ਬੜੇ ਦੁਖੀ ਆ। ਬਹੁਤ ਦੁੱਖ ਆ, ਬਹੁਤ ਦੁੱਖ ਆ। ਹੁਣ ਜਿੱਦਾਂ ਦਾ ਜੀਵਨ ਬਤੀਤ ਕੀਤੇ ਮਗਰ ਉਦਾਂ ਦੇ ਉਹ ਚੀਜ਼ਾਂ ਪ੍ਰਗਟ ਹੋ ਰਹੀਆਂ ਨੇ। ਤੇ ਹੁਣ ਵੀ ਆਪਾਂ ਕਿਹੜੇ ਸੁਧਰ ਗਏ ਆ? ਬਾਣੀ ਕਹਿੰਦੀ ਚੱਲ ਪਹਿਲਾਂ ਤੇ ਚੱਲ ਬੀਤ ਗਿਆ, ਪਹਿਲਾਂ ਤੇ ਲੰਘ ਗਿਆ, ਔਖਾ ਸੌਖਾ ਹੋ ਗਿਆ, ਤੂੰ ਕੱਟ ਲੇਗਾ। ਪਰ ਹੁਣ ਤੂੰ ਕਿਹੜਾ ਸਹੀ ਰਾਹ ਚੱਲਣ ਦਿਆ ਵਾ? ਬਿਲਕੁਲ ਸਹੀ ਗੱਲ ਆ। ਹੁਣ ਕਈ ਕਹਿੰਦੇ ਵੀਰ ਜੀ ਉਹ ਵੇਖੋ ਜੀ MLA ਬੜਾ ਠੱਗ ਗਿਆ, ਉਹ ਕਿੱਦਾਂ ਠੱਗੀਆਂ ਮਾਰਦਾ। ਮੈਂ ਕਿਹਾ ਭਰਾਵਾ ਜਦੋਂ ਤੈਨੂੰ ਕੁਰਸੀ ਉੱਥੇ ਤੇ ਬਾਇਆ ਉਸ ਤੇ ਬਾਇਆ ਨਾ, ਤੂੰ ਤੋਂ ਵੱਧ ਮਾਰਨੀਆਂ। ਬਿਲਕੁਲ ਸਹੀ ਆ। ਹਜੇ ਤੇਰੇ ਕੋਈ ਸ਼ਕਤੀ ਨਹੀਂ ਹੈਗੀ ਤੇ ਤਾਂ ਤੂੰ ਗੱਲਾਂ ਕਰ ਰਿਹਾ, ਪਰ ਜਦੋਂ ਤੈਨੂੰ ਸ਼ਕਤੀ ਮਿਲ ਗਈ ਉਸ ਤੋਂ ਅੱਗੇ ਜਾਵੇਂਗਾ। ਹਾਂਜੀ ਨਿਜੋ ਸਾਹਿਬ ਅਗਲੀ ਤੋਂ ਬੋਲੋ। ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਾਰੈ ਅਫਰ ਮਾਇਆ। ਕਹਿੰਦੇ ਮਾਲਕਾ ਇਹ ਮਾਇਆ ਐਸੀ ਹੈਗੀ ਤੇਰੀ, ਇੰਨੀ ਸਟਰੋਂਗ ਮਾਇਆ ਹੈਗੀ ਤੇਰੀ, ਇੰਨੀ ਬਲਵਾਨ ਹੈਗੀ ਮਾਇਆ। ਇੱਕ ਜਗ੍ਹਾ ਬਾਣੀ ਦੇ ਵਿੱਚ ਆਉਂਦਾ, ਕਹਿੰਦੇ ਕਿ ਸਭ ਤੋਂ ਸ਼ਕਤੀਸ਼ਾਲੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਆ ਮਾਇਆ ਹੈਗੀ, ਸਭ ਤੋਂ ਪਾਵਰਫੁਲ ਮਾਇਆ ਹੈਗੀ। ਇਸ ਤੋਂ ਉੱਪਰ ਜਿਹੜੇ ਹੈਗੇ ਬ੍ਰਹਮ ਗਿਆਨੀ ਹੈਗੇ ਭਾਈ, ਸਾਰਿਆਂ ਤੋਂ ਉੱਪਰ ਪਰਮਾਤਮਾ ਹੈਗਾ। ਇਸ ਤਰ੍ਹਾਂ ਦਿੱਤਾ ਹੋਇਆ। ਜੇ ਆਪਣੇ ਬ੍ਰਹਮ ਗਿਆਨ ਨਹੀਂ ਹੈਗਾ, ਭਗਤੀ ਨਹੀਂ ਹੈਗੀ, ਤੇ ਆਪਾਂ ਜਿਹੜੇ ਹੈਗੇ ਮਾਇਆ ਜਿਹੜੀ ਆਪਾਂ ਮਾਇਆ ਨੂੰ ਹਰਾ ਹੀ ਨਹੀਂ ਸਕਦੇ। ਸਵਾਲ ਹੀ ਨਹੀਂ ਪੈਦਾ ਹੁੰਦਾ। ਕਹੀਅਤ ਆਨ ਅਚਰੀਅਤ ਅਨ ਕਹਿੰਦੇ ਸਾਡੇ ਮੂੰਹ ਦੇ ਨਾਲ ਅਸੀਂ ਹੋਰ ਕੁਛ ਕਹਿ ਰਹੇ ਹਾਂ, ਗਿਆਨ ਅਸੀਂ ਹੋਰ ਘੋਟ ਰਹੇ ਹਾਂ, ਗੱਲਾਂ ਹੋਰ ਕਰ ਰਹੇ ਹਾਂ, ਤੇ ਅੰਦਰ ਜਿਹੜਾ ਆਚਰਣ ਜਿਹੜਾ ਹੈਗਾ ਉਹ ਹੋਰ ਹੈਗਾ। ਮੂੰਹ ਤੇ ਹੋ ਰਿਹਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਹਿੰਦੇ ਆਹ ਗੱਲ ਹੈਗੀ ਆ ਭਾਈ। ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਾਰੈ ਅਪਰ ਮਾਇਆ। ਕਹਿੰਦੇ ਸਮਝ ਨਹੀਂ ਪੈ ਰਹੀ, ਇੰਨੀ ਤੇਰੀ ਮਾਇਆ ਸਟਰੋਂਗ ਹੈਗੀ ਆ। ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ। ਰਵਿਦਾਸ ਜੀ ਕਹਿੰਦੇ ਆ ਕਿ ਹੇ ਮੇਰੇ ਮਾਲਕਾ, ਕਹਿ ਰਵਿਦਾਸ ਉਦਾਸ, ਹੇ ਮੇਰੇ ਮਾਲਕਾ ਮੈਂ ਤਾਂ ਉਦਾਸ ਹੋ ਗਿਆ। ਮੈਂ ਆਪਣੀ ਇਹ ਹਾਲਤ ਦੇਖ ਕੇ, ਮੈਂ ਆਪਣੀ ਇਹ ਮੱਤ ਦੇਖ ਕੇ
तेरा दास रविदास उदास हो गया है, भी मेरा की बनूगा। कह रविदास उदास दास मत, पर हर कोप करो जी दया। मालका तू दया कर मेरे उत्ते, तू दया कर, मैनू नज़रअंदाज कर दे मालका मेरियां गलतियां, मैनू जिहड़ा हैगा निकलण दा रस्ता दे दे, मेरे उत्ते किरपा कर दे मालका। हाँ जी वीर जी। हाँ जी ठीक है जी। ਹੁਣ देखिए साध संगत जी कहते कई आ तुक फिर निजा ਸਾਹਿਬ थोड़ी सरल कर दो। कहिए तो आन ਅਚਰੀਅਤ ਆਨ ਕਹਿੰਦੇ ਮੂੰਹ ਦੇ ਨਾਲ ਅਸੀਂ ਕੁਛ ਬੋਲਦੇ ਆਂ, ਕਹਿੰਦੇ ਕੁਛ ਹੈਗੇ ਆ, ਮੂੰਹ ਤੇ ਕੁਛ ਹੈਗਾ। ਮੁਖ ਮੇ ਰਾਮ ਬਗਲ ਮੇ ਛੁਰੀ, ਅਚਰੀਅਤ ਅਨ ਆਚਰਣ ਕੁਛ ਹੋ ਰਿਹਾ। ਕੁਛ ਸਮਝ ਨਾ ਪਾਰੇ ਅਪਰ ਮਾਇਆ, ਕੁਛ ਸਮਝ ਨਹੀਂ ਪੈਂਦਾ ਭਾਈ, ਇੰਨੀ ਮਾਇਆ, ਇੰਨੀ ਸਟਰੋਂਗ ਹੈ ਮਾਇਆ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹ ਗੱਲ ਕਰਦੇ ਨੇ ਕਿ ਤੁਹਾਡੇ ਅੰਦਰ ਦੀ ਅਵਸਥਾ ਕੀ ਹੈ। ਹਾਂ, ਆਪਾਂ ਜਿਹੜਾ ਸੰਸਾਰ ਨੂੰ ਦਿਖਾਉਂਦੇ ਆ ਨਾ, ਉਹਦਾ ਦੁੱਖੀ ਮੁੱਲ ਨਹੀਂ ਹੈਗਾ, ਦੁੱਖੀ ਮੁੱਲ ਨਹੀਂ, ਕਿਉਂਕਿ ਇਹ ਤੇ ਫੇਕ ਹੈਗਾ, ਅਸਲੀ ਥੋੜੀ ਹੈਗਾ। ਲੋਕੀ ਕਹਿੰਦੇ ਨੇ, ਅਸੀਂ ਉਹ ਵੇਖਿਆ, ਹੁਣ ਆਮ ਬੰਦੇ ਵੇਖਿਆ ਹੋ ਤੇ ਆਮ ਮੇਰੀ ਮਾਤਾ ਵੀ ਕਹਿ ਦਿੰਦੀ ਆ, ਪੁੱਤ ਬੜਾ ਦਾਨੀ ਆ, 5-6 ਬੱਸਾਂ ਭੇਜਦਾ ਫਲਾਨੀ ਜਗ੍ਹਾ ਤੇ। ਪਰ ਮੈਂ ਸੋਚਦਾ ਮੰਮੀ ਇਹ ਤੇ ਤੁਸੀਂ ਉਹਦਾ ਬਾਹਰੀ ਰੂਪ ਦੇਖਦੇ ਜੋ, ਅੰਦਰੋਂ ਬੰਦਾ ਕਿਸ ਬਿਰਤੀ ਦਾ ਮਾਲਕ ਆ ਉਹ ਤੇ ਰੱਬ ਹੀ ਜਾਣਦਾ। ਉਹ ਬੰਦਾ ਕੀ ਕਰ ਰਿਹਾ ਵਾ, ਉਹ ਬਾਣੀ ਤੋਂ ਕਹਿ ਰਹੀ ਹੈ ਕਿ ਅੰਦਰੋਂ ਤੂੰ ਕੀ ਆ। ਹੁਣ ਅੰਦਰੋਂ ਜਿਹੜਾ ਅੰਦਰੋਂ ਗਿਆਨੀ ਆ ਉਹ ਤੇ ਇਹੋ ਜਿਹੇ ਕੰਮ ਕਰਦਾ ਹੀ ਨਹੀਂ ਹੈ। ਬਿਲਕੁਲ ਸ਼ਾਂਤ ਹੋ ਕੇ ਉਹ ਬਿਲਕੁਲ ਨਹੀਂ ਕਰਦਾ ਇਹੋ ਜਿਹੇ ਕੰਮ। ਨਜਰ ਸਾਹਿਬ ਹਾਂਜੀ ਬਿਲਕੁਲ ਨਹੀਂ ਕਰਦਾ, ਬਿਲਕੁਲ ਸਹੀ ਹੈ ਜੀ। ਹਾਂ ਸੋ ਇਹ ਵਿਚਾਰ ਕਰਨ ਦੀ ਲੋੜ ਆ। ਦੇਖੋ ਸ਼ੁੱਧ ਗੁਣ ਜਿਹੜੇ ਨਾ ਸਾਡੇ ਅੰਦਰੋਂ ਪੈਦਾ ਹੁੰਦੇ ਆ। ਜੇਕਰ ਅੰਦਰ ਪੌਦਾ ਨਹੀਂ ਲਾਇਆ ਭਗਤੀ ਰੂਪੀ ਤੇ ਫਲ ਕਿੱਥੋਂ ਆਉਣੇ ਆ? ਦੱਸੋ, ਆਪ ਸੋਚੋ। ਆਪ ਥੋੜਾ ਜਿਹਾ ਗਿਆਨ ਰੱਖਦੇ ਜੋ, ਮੈਂ ਰੁੱਖ ਨਹੀਂ ਲਾਇਆ ਤੇ ਫਰੂਟ ਕਿੱਥੋਂ ਲੱਗਣਗੇ? ਜੇ ਮੈਂ ਭਗਤੀ ਨਹੀਂ ਕੀਤੀ ਇਹ ਪੁੰਨ ਕਿੱਥੋਂ ਆਉਣਗੇ? ਇਹ ਪੁੰਨ, ਇਹ ਸੇਵਾ, ਸੱਚ ਬੋਲਣਾ, ਮਿਹਨਤ ਕਰਨੀ, ਨੇਕ ਕਮਾਈ ਘਰੇ ਲੈ ਕੇ ਜਾਣੀ, ਚੰਗੇ ਸੰਸਕਾਰ ਕਿੱਥੋਂ ਆਉਣਗੇ? ਇਹ ਤੇ ਆਤਮਾ ਚ ਆਉਣੇ ਆ। ਤੇ ਆਤਮਾ ਨੂੰ ਤੇ ਮੈਂ ਜਾਣਦਾ ਨਹੀਂ ਤੇ ਫਿਰ ਕਿੱਥੋਂ ਆਉਂਦੇ ਆ? ਉਹ ਫਿਰ ਨਕਲੀ ਕਰੰਸੀ ਤੇ ਹੈਗੀ ਆ। ਨਕਲੀ ਕਰੰਸੀ ਜਿਹੜੀ ਸੰਸਾਰ 'ਚ ਚੱਲਦੀ ਆ, ਪਰ ਪਰਮਾਤਮਾ ਦੇ ਦਰ ਤੇ ਨਹੀਂ ਜੇ ਚੱਲਦੀ। ਕਬੀਰ ਜੀ ਕਹਿੰਦੇ ਨੇ ਕਿ ਰਸਤਾ ਬਹੁਤ ਬਰੀਕ ਆ, ਬਹੁਤ, ਰਾਈ ਤੋਂ ਵੀ 10ਵੇਂ ਭਾਰ ਛੋਟਾ ਵਾ, ਤੇ ਤੂੰ ਇਹ ਕੁਛ ਲੈ ਕੇ ਕਿੱਥੋਂ ਲੰਘੇਗਾ? ਤੂੰ ਤੇ ਬਹੁਤ ਮੋਟਾ ਹੋ ਗਿਆ, ਤੂੰ ਮੁਸ਼ਕਿਲ ਹੋ ਜਾਏਗੀ। ਸੋ ਇੱਥੇ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਆ। ਜਦ ਤੱਕ ਗੁਣ ਮੇਰੇ ਅੰਦਰੋਂ ਪੈਦਾ ਨਹੀਂ ਨਾ ਹੁੰਦਾ, ਉਹ ਗੁਣ ਜਿਹੜਾ ਸਮਝ ਲਓ ਕਿ ਮੇਰਾ ਹੈ ਹੀ ਨਹੀਂ। ਉਹ ਮੈਂ ਬਾਹਰੋਂ ਆਪਣੇ ਆਪ ਨੂੰ ਲਾ ਲਿਆ। ਜਿੱਦਾਂ ਤੁਸੀਂ ਬਾਜ਼ਾਰ ਗਏ, 100-200 ਰੁਪਏ ਦੇ ਨਕਲੀ ਗੁਲਾਬ ਦੇ ਫੁੱਲ ਮਿਲਦੇ ਆ, ਮੈਂ ਲਾ ਲਏ ਆ, ਪਰ ਉਹ ਮਹਿਕ ਨਹੀਂ ਹੈਗੀ ਉਹਨਾਂ 'ਚ, ਨਕਲੀ ਨੇ ਉਹ। ਸਹੀ ਆ, ਕਿਉਂਕਿ ਅਸਲੀ ਫੁੱਲ ਤੇ ਜਿਹੜੇ ਆ ਉੱਥੇ ਪੌਦੇ ਨੂੰ ਲੱਗਦੇ ਨੇ, ਉਹਦੀਆਂ ਜੜ੍ਹਾਂ 'ਚ ਆਉਂਦੇ ਨੇ। ਸੋ ਇਹ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ। ਸਹੀ ਹੈ ਨਜਰ ਸਾਹਿਬ, ਅੱਗੇ ਕੀ ਕਹਿ ਰਹੇ ਨੇ ਰਵਿਦਾਸ ਜੀ? ਕਹਿੰਦੇ ਆ ਕਿ ਕਹਿ ਰਵਿਦਾਸ ਉਦਾਸ ਦਾਸ ਮਤ। ਰਵਿਦਾਸ ਜੀ ਕਹਿ ਰਹੇ ਆ ਕਿ ਬਈ ਮੈਂ ਜਿਹੜਾ ਹੈਗਾ, ਹੇ ਮੇਰੇ ਮਾਲਕਾ, ਮੈਂ ਜਿਹੜੇ ਆਪਣੇ ਆਪ ਨੂੰ ਦੇਖ ਕੇ, ਆਪਣੀ ਇਹ ਹਾਲਤ ਦੇਖ ਕੇ, ਆਪਣੀ ਇਹ ਜਿਹੜੇ ਹੈਗੇ ਆ ਡਿਊਐਲਿਟੀ ਦੇਖ ਕੇ ਮੈਂ ਤਾਂ ਉਦਾਸ ਹੋ ਗਿਆ ਮਾਲਕਾ, ਵੀ ਮੇਰਾ ਕੀ ਬਣੂਗਾ। ਕਹਿ ਰਵਿਦਾਸ ਉਦਾਸ ਦਾਸ ਮਤ। ਆਪਾਂ ਕਦੀ ਉਦਾਸ ਹੋਏ ਆ? ਕਹਿ ਰਵਿਦਾਸ ਉਦਾਸ ਦਾਸ ਮਤ। ਆਪਣੀ ਮਤ ਦੇਖ ਕੇ ਮੈਂ ਤਾਂ ਉਦਾਸ ਹੋ ਗਿਆ ਹਾਂ ਮਾਲਕਾ, ਮੇਰੇ ਬਸ ਦੀ ਗੱਲ ਨਹੀਂ ਆ। ਪਰ ਹਰ ਕੋਪ ਕਰੋ ਜੀ ਦਇਆ। ਮੇਰੇ ਜਿਹੜੇ ਮੈਨੂੰ ਨਜ਼ਰਅੰਦਾਜ਼ ਕਰਦੇ ਮਾਲਕਾ, ਮੇਰੀਆਂ ਗਲਤੀਆਂ ਨੂੰ ਜਿਹੜਾ ਹੈਗਾ, ਤੇ ਮੈਨੂੰ ਜਿਹੜਾ ਮੇਰੇ ਉੱਤੇ ਦਇਆ ਕਰ, ਤਰਸ ਕਰ, ਮੈਨੂੰ ਨਾ ਭਗਤੀ ਦੇ, ਮੈਨੂੰ ਦੇ ਸ਼ਕਤੀ, ਮੈਨੂੰ ਵੀ ਦੇ ਨਾ ਸ਼ਕਤੀ। ਤੂੰ ਮਾਇਆ ਨੂੰ ਕੱਲੀ ਨੂੰ ਸ਼ਕਤੀ ਦੇਈ ਜਾਣਾ ਹੈ, ਤੇ ਮੈਂ ਵੀ ਤਾਂ ਤੇਰਾ ਹੈਗਾ ਆ, ਮੈਨੂੰ ਵੀ ਦੇ ਸ਼ਕਤੀ। ਕੋਈ ਬਰੋਬਰ ਦਾ ਮੈਂ ਇਹਦੇ ਨਾਲ ਕਰਾਂ, ਜਿਹੜਾ ਟਾਕਰਾ ਤਾਂ ਕਰਾਂ ਨਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਦੀਜੇ ਬੁੱਧ ਵਿਵੇਕ, ਕਹਿੰਦੇ ਵਿਵੇਕ ਬੁੱਧੀ ਦੋ ਸਾਨੂੰ। ਕਿਉਂਕਿ ਜਾਲੀ ਤੇ ਚਾਹੀਦੀ ਹੈ ਨਾ। ਹੁਣ ਪੱਥਰ ਨੇ ਕਣਕ ਦੇ ਵਿੱਚ ਰਲੇ ਹੋਏ ਨੇ, ਸਾਨੂੰ ਪਤਾ ਨਹੀਂ ਲੱਗਣ ਦਿਆ। ਕਈ ਪੱਥਰ ਏਦਾਂ ਦੇ ਆ ਕਿ ਬਿਲਕੁਲ ਕਣਕ ਵਰਗੇ ਲੱਗਦੇ ਨੇ। ਉਹ ਕਹਿੰਦੇ ਕਿ ਸਾਨੂੰ ਤੂੰ ਕੁਛ ਤੇ ਦੋ ਪ੍ਰਮਾਤਮਾ। ਇਹ ਜਿਹੜੀ ਮਾਇਆ ਹੈ, ਠੀਕ ਹੈ ਮਾਇਆ ਤੇਰੀ ਬਣਾਈ ਆ, ਪਰ ਮਾਇਆ ਦਾ ਭੇਦ ਸਮਝਣ ਦੇ ਲਈ ਸਾਡੀਆਂ ਅੱਖਾਂ 'ਚ ਤੇ ਕੁਛ ਪਾ, ਸਾਡੇ ਕੰਨਾਂ 'ਚ ਤੇ ਕੁਛ ਪਾ, ਸਾਡੇ ਮੂੰਹ 'ਚ, ਸਾਡੀ ਨਾਸਕਾ 'ਚ, ਸਾਡੀਆਂ ਇੰਦਰੀਆਂ ਨੂੰ ਥੋੜਾ ਗਿਆਨ ਤੇ ਬਖਸ਼ੋ। ਪ੍ਰੀਤ ਜੀ ਮਾਈਕ ਬੰਦ ਕਰ ਦੋ, ਬਹੁਤ ਆਵਾਜ਼ ਆ ਰਹੀ। ਹਾਂਜੀ ਨਿਜਰ ਸਾਹਿਬ।
ਤੇ ਉਹ ਕਹਿ ਰਹੇ ਨੇ ਕਿ ਸਾਨੂੰ ਕੁਛ ਮੇਰੇ ਤੇ ਮਿਹਰ ਕਰੋ, ਸਾਨੂੰ ਕੁਛ ਦਵੋ। ਹੁਣ ਉਹ ਕਹਿੰਦੇ ਮੇਰਾ ਗੁਣ ਅਵਗੁਣ ਨਾ ਵਿਚਾਰੋ, ਮੇਰੇ ਨਾ ਗੁਣ ਵੇਖ ਨਾ ਮੇਰੇ ਅਵਗੁਣ ਵੇਖ, ਤੇ ਮੈਨੂੰ ਆਪਣੀ ਸ਼ਰਨ ਚ ਲੈ, ਮੇਰੇ ਤੇ ਮਿਹਰ ਭਰਿਆ ਹੱਥ ਰੱਖ, ਤਾਂ ਜੋ ਇਸ ਭਵ ਸਾਗਰ ਤੋਂ ਮੈਂ ਪਾਰ ਹੋ ਜਾ। ਵੈਸੇ ਵੀ ਸਾਧ ਸੰਗਤ ਜੀ, ਜਿਹੜਾ ਭਵ ਸਾਗਰ ਤੋਂ ਪਾਰ ਹੋਣਾ ਹੈ ਨਾ, ਇਹਦਾ ਰਸਤਾ ਵੀ ਪ੍ਰਮਾਤਮਾ ਨੇ ਹੀ ਦਿਖਾਉਣਾ ਵਾ। ਬਿਲਕੁਲ, ਪਰਮਾਤਮਾ ਨੇ ਦਿਖਾਉਣਾ। ਗੋਰਖੀ ਸਾਹਿਬ, ਪਰਮਾਤਮਾ ਕਹਿੰਦਾ ਤੂੰ ਜਿਹੜਾ ਹੈਗਾ ਮੇਰੇ ਕੋਲੋਂ ਮੰਗ ਤਾਂ ਸਹੀ ਨਾ, ਤੂੰ ਇਸ ਚੀਜ਼ ਨੂੰ ਐਕਸੈਪਟ ਤਾਂ ਕਰਨਾ ਬਈ ਤੂੰ ਜਿਹੜਾ ਹੈਗਾ ਤੇ ਤੇਰੇ ਅੰਦਰ ਜਿਹੜੇ ਹੈਗੇ ਅਵਗੁਣ ਹੈ, ਤੇਰੇ ਅੰਦਰ ਕਾਲਕ ਹੈਗੀ, ਤੇ ਇਹ ਕਾਲਕ ਨੂੰ ਤੇ ਤੇਰੇ ਅੰਦਰ ਜਿਹੜਾ ਗੰਦਗੀ ਹੈਗੀ ਤੂੰ ਝਾੜੂ ਚਾਹੁੰਦਾ ਹੈ, ਮੈਂ ਤੈਨੂੰ ਝਾੜੂ ਦਿੰਨਾ ਹੈ, ਤੂੰ ਮੰਗ ਤਾਂ ਕਰਨਾ ਮੇਰੇ ਕੋਲੋਂ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਵੇਖੋ, ਲੋਕਾਂ ਨੇ ਨਾ ਨਕਲੀ ਸਿੱਕਿਆਂ ਨੇ ਕੀ ਕੀਤਾ, ਕਹਿੰਦੇ ਕਿ ਕਰੋੜਾਂ ਬੰਦੇ ਤੁਰਦੇ ਤੇ ਇੱਕ ਬੰਦਾ ਪਹੁੰਚਦਾ। ਬਾਣੀ ਕਹਿੰਦੀ ਆ ਕਰੋੜਾਂ ਚੋਂ ਇੱਕ ਬੰਦਾ ਤੁਰਦਾ ਵਾ। ਵੇਖੋ ਕਿੰਨਾ ਉਲਟਾ ਮੀਨਿੰਗ ਕੱਢਿਆ ਲੋਕਾਂ ਨੇ। ਕਹਿੰਦੇ ਕਰੋੜ ਜਾਂਦੇ ਆ, ਤੇ ਉਹ ਕਹਿੰਦੇ, ਕਬੀਰ ਜੀ ਕਹਿੰਦੇ ਆ ਕਿ ਰਾਮ ਰਾਮ ਕਰਤਾ ਫਿਰ ਸਭ ਜਗ ਫਿਰੇ ਤੇ ਰਾਮ ਨਾ ਪਾਇਆ ਜਾਏ। ਕਿ ਜਿਹੜੇ ਤਰੀਕੇ ਨਾਲ ਤੁਸੀਂ ਤੁਰੇ ਫਿਰਦੇ ਜੋ ਉਹ ਆਮ ਬੰਦਿਆਂ ਨੂੰ ਤੇ ਪ੍ਰਭਾਵਿਤ ਕਰ ਸਕਦੇ ਆ, ਪਰਮਾਤਮਾ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਗੋਰਖੀ ਸਾਹਿਬ, ਕਿਉਂਕਿ ਪਰਮਾਤਮਾ ਤੇ ਨੰਗਾ ਕਰ ਦਿੰਦਾ ਬੰਦੇ ਨੂੰ। ਸਾਰੀ ਗੰਦਗੀ ਦਿਖਦੀ ਉਹਨੂੰ। ਬਿਲਕੁਲ, ਉਹ ਦੇਖਦਾ ਕਿ ਤੇਰੇ ਅੰਦਰ ਤੇਰੇ ਕੋਰ ਦੇ ਵਿੱਚ ਕੀ ਹੈ, ਉੱਥੇ ਕੀ ਪਿਆ ਹੋਇਆ। ਤੂੰ ਮੇਰੇ ਨਾਲ ਪਿਆਰ ਕਰ ਰਿਹਾ ਕਿ ਮੇਰੇ ਨਾਲ ਖਚਰ ਵਿਦਿਆ ਖੇਡ ਰਿਹਾ ਹੈ। ਤੇ ਉੱਥੇ ਫਿਰ ਜਦੋਂ ਇੰਨੀ ਬਰੀਕੀ ਦੀ ਗੱਲ ਹੋਵੇਗੀ, ਉੱਥੇ ਫਿਰ ਨਕਲੀ ਗਿਆਨ, ਨਕਲੀ ਗੁਣ ਸਾਡੇ ਨਾਲ ਜਿਹੜੇ ਲਾਏ ਨਾ ਹੀ, ਉਹ ਨਹੀਂ ਕੰਮ ਦੇ ਹੈਗੇ। ਔਰ ਦੇਖੋ ਜਿੰਨਾ ਚਿਰ ਤੱਕ ਆਪਾਂ ਸੁੱਖ ਦੁੱਖ ਤੋਂ ਪ੍ਰਭਾਵਿਤ ਹੋ ਰਹੇ ਹਾਂ, ਸਮਝ ਲਓ ਕਿ ਹਜੇ ਰਸਤੇ 'ਚ ਹੀ ਚੱਲ ਰਹੇ ਹਾਂ, ਪਹੁੰਚੇ ਨਹੀਂ ਆ। ਕਿਉਂਕਿ ਸਹਿਜ ਅਵਸਥਾ ਜਿਹੜੀ ਆ ਉਹ ਸੁੱਖ ਦੁੱਖ ਤੋਂ ਵੀ ਉੱਪਰ ਹੈ। ਆਪ ਜੀ ਇੱਕ ਜਦੋਂ ਅਵਸਥਾ ਨੂੰ ਪ੍ਰਾਪਤ ਕਰ ਲੋਗੇ ਨਾ, ਸਹਿਜ ਅਵਸਥਾ ਨੂੰ, ਬੜਾ ਔਖਾ ਹੈ ਤੁਹਾਡੇ ਅੰਦਰ ਹਲਚਲ ਨੂੰ ਪੈਦਾ ਕਰਨਾ। ਹਾਂ, ਸ਼ੁਰੂ 'ਚ ਆਪਾਂ ਅਨੁਭਵ ਕਰ ਲੈਂਦੇ ਹਾਂ, ਆਤਮਾ ਤੱਤ ਨੂੰ ਤੁਸੀਂ ਹਜੇ ਅਨੁਭਵ ਕਰਕੇ ਵਾਪਸ ਆ ਰਹੇ। ਇੱਕ ਸਮਾਂ ਆਊਗਾ ਤੁਸੀਂ ਆਤਮਾ ਤੱਤ 'ਚ ਸਥਿਰ ਹੋ ਜਾਣਾ, ਨਾ ਅੱਗੇ ਨਾ ਪਿੱਛੇ। ਉਹਨੂੰ ਅਚਲ ਅਵਸਥਾ ਕਹਿੰਦੇ ਆ ਆਪਾਂ। ਉੱਥੇ ਵਿਵੇਕ ਪੈਦਾ ਹੁੰਦਾ। ਹੁਣ ਤੇ ਵੈਸੇ ਤੁਸੀਂ ਕੰਮ ਲੱਭ ਕੇ ਕਰ ਰਹੇ ਜੋ ਨਾ, ਕਿ ਇਹ ਚੰਗਾ ਹੈ ਜਾਂ ਮਾੜਾ, ਦੋਨਾਂ 'ਚ ਤੁਹਾਨੂੰ ਡਿਸੀਜਨ ਲੈਣਾ ਪੈਂਦਾ ਕਿਹੜਾ ਕਰਾਂ ਜਾਂ ਨਾ ਕਰਾਂ। ਉਦੋਂ ਫਿਰ ਪਤਾ ਕੀ ਹੋਣਾ ਕਿ ਇਹ ਦੋ ਵਾਲਾ ਕੰਮ ਹੋ ਜਾਣਾ ਖਤਮ। ਤੁਸੀਂ ਜਿਹੜਾ ਵੀ ਕੰਮ ਕਰੋਗੇ ਉਹ ਸਿੱਧਾ ਹੀ ਆ, ਕਿਉਂਕਿ ਉਹ ਅੰਦਰ ਵਿਵੇਕ ਹੈਗਾ। ਹੁਣ ਪਹਿਲਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਤਰੰਗਾਂ ਸਨ, ਉਹਦੇ ਕਰਕੇ ਸਾਡੇ ਜਿਹੜੇ ਕਰਮ ਸਨ ਉਹ ਅਪਸੈਟ ਹੋ ਜਾਂਦੇ ਸੀ। ਪਰ ਹੁਣ ਨਹੀਂ ਅਪਸੈਟ ਹੋਣੇ, ਕਿਉਂਕਿ ਆਪਾਂ ਜਿਹੜਾ ਰਸਤਾ ਚੁਣ ਲਿਆ ਨਾ, ਬਿਲਕੁਲ ਸਿੱਧਾ ਪਰਮਾਤਮਾ ਦੇ ਘਰ ਵੱਲ ਜਾ ਰਿਹਾ। ਹਾਂਜੀ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇਹ ਹੋਰ ਜਾਣਾਂਗੇ। ਹਾਂਜੀ, ਹਾਲੇ ਸਮਾਂ ਹੈਗਾ ਜੀ, ਲੈ ਲੈਣੇ ਇੱਕ ਸ਼ਬਦ। ਠੀਕ ਹੈ ਜੀ। ਸੁਖ ਸਾਗਰ, ਇਹਨਾਂ ਦਾ ਹੀ ਰਵਿਦਾਸ ਜੀ ਦਾ ਹੀ ਅਗਲਾ ਸ਼ਬਦ ਆ ਭਾਈ। ਦੇਖ ਲਓ ਭਾਈ ਕਿਹੜੀ ਯੂਨੀਵਰਸਿਟੀ 'ਚ ਪੜ੍ਹੇ ਸੀਗੇ, ਆ ਦੇਖੋ ਕਿ ਕਿਹੇ ਜਿਹੇ ਉਹਨਾਂ ਦੇ ਜਿਹੜੇ ਹੈਗੇ ਕੀ ਨਿਕਲ ਰਿਹਾ ਉਹਨਾਂ ਦੇ ਕੋਲੋਂ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੇਨ ਬਸ ਜਾ ਕੇ। ਕਹਿੰਦੇ ਉਹ ਮਾਲਕ ਪਰਮਾਤਮਾ ਸੁੱਖਾਂ ਦਾ ਸਾਗਰ ਹੈਗਾ। ਸੁਰਤਰ ਕਹਿੰਦੇ ਆ ਦੇਵਤਾਂ ਦੇ ਜਿਹੜੇ ਹੈਗੇ, ਕਹਿੰਦੇ ਜੀ ਉਹ ਜਿਹੜੇ ਰੁੱਖ ਹੈਗੇ ਆ, 5 ਰੁੱਖ ਮੰਨਦੇ ਆ ਭਾਈ, ਜਿਹੜੇ ਸਾਰੀਆਂ ਉਹ ਸਭ ਕੁਝ ਦੇ ਦਿੰਦੇ ਆ। ਚਿੰਤਾ ਦੀ ਮਣੀ, ਜੋ ਮਨ 'ਚ ਇੱਛਾ ਕਰੋ ਉਹ ਪੂਰੀ ਕਰ ਦਿੰਦੀ ਹੈ ਚਿੰਤਾ ਦੀ ਮਣੀ। ਇੱਕ ਹੈਗੀ ਕਾਮਧੇਨ ਗਊ, ਕਾਮਨਾ, ਵਾਸਨਾ, ਜਿਹੜੀ ਮਰਜੀ ਵਾਸਨਾ ਲੈ ਜਾਓ ਉਹ ਗਊ ਪੂਰੀ ਕਰ ਦੂਗੀ ਭਾਈ। ਬਸ ਜਾ ਕੇ ਕਹਿੰਦੇ ਆ ਜਿਹੜੇ ਹੈਗੇ ਆ ਇਹਨਾਂ ਨੇ ਬਣਾਏ ਹੋਏ ਆ। ਜਿਵੇਂ ਜਿਹੜੇ ਹੈਗੇ ਆਪਣੇ ਮੁਸਲਮਾਨ ਹੈਗੇ, ਉਹਨਾਂ ਨੇ ਜਿਹੜੇ ਹੈਗੇ ਬਣਾਏ ਆ ਬਈ, ਉਹ ਜਿਹੜੇ ਹੈਗੇ ਆ ਕਹਿੰਦੇ ਉਹ ਜੰਨਤ ਦੇ ਵਿੱਚ ਹੂਰਾਂ ਤੇ ਉਹ ਜਿਹੜੀ ਸ਼ਰਾਬ, ਉਹ ਜਿਹੇ ਇਸ ਤਰ੍ਹਾਂ ਦੇ ਆ ਵੀ ਹੈਗੇ ਭਾਈ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ। 4 ਪਦਾਰਥ ਧਰਮ ਅਰਥ ਕਾਮ ਮੋਖ। 8 ਦਸਾ ਸਿੱਧ, 8 ਤੇ 10 18 ਸਿੱਧੀਆਂ। 9 ਨਿਧ, 9 ਨਿਧੀਆਂ, 9 ਖਜ਼ਾਨੇ। ਸਿੱਧੀਆਂ ਕੀ ਹੈਗੀ, ਛੋਟਾ ਹੋ ਜਾਣਾ, ਵੱਡਾ ਹੋ ਜਾਣਾ, ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਸਾਰਾ ਅਦਰਸ਼ ਕਰ ਲੈਣਾ, ਇਹ ਜਿਹੀਆਂ ਸਿੱਧੀਆਂ ਹੁੰਦੀਆਂ। 4 ਪਦਾਰਥ 8 ਦਸਾ ਸਿੱਧ, ਨਵਨਿਧ ਕਰਤਲ ਜਾ ਤਾਕੇ। ਕਹਿੰਦੇ ਉਹ ਤਾਂ ਹਥੇਲੀ ਦੇ ਉੱਤੇ ਹੈਗਾ ਉਸ ਮਾਲਕ ਪਰਮਾਤਮਾ ਦੀ। ਤੂੰ ਇਹਨਾਂ ਦੇ ਪਿੱਛੇ ਲੱਗ ਰਿਹਾ ਆ, ਉਹ ਮਾਲਕ ਪਰਮਾਤਮਾ ਤਾਂ ਇਹਨਾਂ ਦਾ ਪਿਓ ਹੈ, ਇਹਨਾਂ ਦਾ ਜਨਮਦਾਤਾ ਹੈਗਾ। ਜੇ ਹੈਗੀਆਂ ਤੇ
हर 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 ना जपस जपै रसना। हे मेरी जीव, हे इंसान, तू परमेश्वर का नाम ध्यान सिमरन नहीं करता। आवर सब त्याग बचन रचना रहाओ। कहते बाकी सारा त्याग दे, बाकी सारा जिहड़ा रचना दे बचन, आकार दियां गल्लां, पदार्थां दियां, भोग विलास, दुनिया दे पदार्थ, इस सारे दे सारे रचना दे, मोह दे, माया सारी त्याग दे, परमेश्वर का नाम जिहड़ा हैगा लै। हर 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 ना जपै रसना, अवर सब त्याग बचन रचना रहाओ। चार सुख सागर सुरतर चिंता मन काम तेन बस जाके। सुखां दा सागर ते सुरतर जिहड़े हैगे ਉਹ ਦਰਖਤ ਜਿਹੜੇ ਹੈਗੇ ਦੇਵਤਿਆਂ ਦੇ ਦਰਖਤ ਜਿਹੜੇ 5 ਰੁੱਖ, ਚਿੰਤਾਮਣ ਚਿੰਤਾ ਦੀ ਮਣੀ ਤੇ ਕਾਮ ਤੈਨੂੰ ਗਊ ਜਿਹਦੇ ਵਸ ਦੇ ਵਿੱਚ ਹੈਗੀ ਆ। ਹਾਂਜੀ ਵੀਰ ਜੀ। ਗੁਰਕੀ ਸਾਹਿਬ ਦਾ ਅਨੇਜਾ ਸਾਹਿਬ ਇਹ ਜਿਹੜੀਆਂ ਇਹ ਕੀ ਮਤਲਬ ਇਹ ਕੀ ਨੇ ਸੁੱਖ ਸਾਗਰ ਸੁੱਤਰ ਚਿੰਤਾਮਣੀ ਇਹ ਜਿਹੜੇ ਸੁੱਖਾਂ ਦਾ ਸਾਗਰ ਹੈ ਪਰਮਾਤਮਾ ਦੇ ਅਧੀਨ ਨੇ ਸਾਰੇ। ਹਾਂ ਇਹ ਕਹਿੰਦੇ ਆ ਜੀ ਇਹ ਸਾਰੇ ਜਿਹੜੇ ਹਿੰਦੂ ਧਰਮ ਦੇ ਵਿੱਚ ਇਹ ਸਾਰੇ ਮੰਨਦੇ ਆ ਇਹਨਾਂ ਨੂੰ। ਕਹਿੰਦੇ ਆ ਸੁੱਖਾਂ ਦਾ ਸਾਗਰ ਜਿੱਥੋਂ ਸਾਰੇ ਦੇ ਸਾਰੇ ਜਿਹੜੇ ਹੈਗੇ ਉਹਦੇ ਵਿੱਚੋਂ ਸਾਰੇ ਨਿਕਲੇ ਸੀਗੇ। ਸਮੁੰਦਰ ਨੂੰ ਮੰਥਨ ਕੀਤਾ ਸੀ, 14 ਰਤਨ ਕੱਢੇ ਸੀਗੇ, ਫਿਰ ਜਿਹੜਾ ਹੈਗਾ ਆਹ ਚੀਜ਼ਾਂ ਨਿਕਲੀਆਂ ਸੀਗੀਆਂ। ਸੁਰਤਰ ਜਿਹੜੇ ਹੈਗੇ ਇਹ ਦਰਖਤ ਨਿਕਲੇ ਸੀਗੇ ਜਿਹੜੇ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ। ਤੇ ਫਿਰ ਚਿੰਤਾ ਦੀ ਮਣੀ ਨਿਕਲੀ ਸੀ ਇੱਕ, ਚਿੰਤਾ ਜੋ ਵੀ ਆਪਣੇ ਸੋਚੋ ਤੇ ਉਹ ਮਣੀ ਪੂਰੀ ਕਰ ਦਿੰਦੀ ਸੀ। ਫਿਰ ਕਾਮ ਧੇਨ ਜਿਹੜੀ ਗਊ ਨਿਕਲੀ ਸੀ ਉਹਦੇ ਵਿੱਚੋਂ ਕਾਮਨਾਵਾਂ ਪੂਰੀ ਕਰਨ ਵਾਲੀ। ਕਹਿੰਦੇ ਸਾਰੀਆਂ ਉਸ ਮਾਲਕ ਦੇ ਵਸ 'ਚ ਹੈਗੀਆਂ, ਤੂੰ ਕਿੱਥੇ ਇਹਨਾਂ ਦੇ ਵਿੱਚ ਉਲਝਿਆ ਫਿਰਦਾ। ਹਾਂਜੀ ਵੀਰ ਜੀ। ਸਹੀ ਹੈ ਜੀ, ਸਹੀ ਹੈ ਜੀ, ਅੱਗੇ ਚਲੋ। ਚਾਰ ਪਦਾਰਥ ਕਹਿੰਦੇ, ਚਾਰ ਪਦਾਰਥ ਧਰਮ ਅਰਥ ਕਾਮ ਮੋਖ, ਇਹ ਚਾਰੋਂ ਪਦਾਰਥ ਕਹਿੰਦੇ ਆ। ਤੇ 18 ਸਿੱਧੀਆਂ, ਅਸ਼ਟ ਦਸਾ ਸਿੱਧ, ਅਸ਼ਟ 8 ਤੇ 10 18 ਤੇ ਸਿੱਧੀਆਂ ਤੇ 9 ਨਿੱਧੀਆਂ, 9 ਖਜ਼ਾਨੇ ਕਹਿੰਦੇ ਕਰਤਲ ਤਾਕੇ ਉਹਦੀ ਥੈਲੀ ਦੇ ਉੱਤੇ ਪਏ ਹੋਏ ਆ। ਕਹਿੰਦੇ ਮਾਲਕ ਪਰਮਾਤਮਾ ਦੀ, ਜਿਨ੍ਹਾਂ ਦੇ ਪਿੱਛੇ ਤੂੰ ਕਮਲਾ ਹੋ ਰਿਹਾ ਆ, ਜਾਂ ਦੇਵਤੇ ਜਾਂ ਹੋਰ ਜਿਹੜੇ ਦੁਨੀਆ ਜਿਹੜੀ ਹੈਗੀ ਇਹਨਾਂ ਦੇ ਪਿੱਛੇ ਜਾ ਰਹੀ ਆ। ਕਹਿੰਦੇ ਇਹ ਤਾਂ ਉਹਦੀ ਥੈਲੀ ਤੇ ਪਏ ਹੋਏ ਮਾਲਕ ਪਰਮਾਤਮਾ ਦੀ। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਨਾਲ ਲੱਗ, ਉਹਦੀ ਭਗਤੀ ਕਰ। ਹਰ 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 ਨਾ ਜਪੈ ਰਸਨਾ, ਤੂੰ ਉਸ ਮਾਲਕ ਦੀ ਬੰਦਗੀ ਨਹੀਂ ਕਰਦਾ, ਨਹੀਂ ਜਪਦਾ ਜੀਭ ਦੇ ਨਾਲ। ਆਵਰ ਸਭ ਤਿਆਗ ਬਚਨ ਰਚਨਾ, ਤੂੰ ਤਾਂ ਜਿਹੜਾ ਹੈਗਾ ਰਚਨਾ ਦੇ ਨਾਲ ਹੀ ਸਾਰਾ ਕੁਝ, ਤੇਰੇ ਬਚਨ, ਤੇਰੇ ਬੋਲ ਬਾਣੀ, ਤੇਰੇ ਅੰਦਰ ਸਾਰਾ ਜਿਹੜਾ ਆਕਾਰ ਦਾ ਹੀ ਗੱਲਾਂ ਹੈਗੀਆਂ ਸਾਰੀਆਂ। ਕਹਿੰਦੇ ਛੱਡ ਇਹਨਾਂ ਨੂੰ, ਵਿਚਾਰ ਬੰਦ ਕਰ ਇਹਨਾਂ ਦੇ, ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜੋ ਵੀ ਇਹ ਚੀਜ਼ਾਂ ਨੇ ਉਹ ਸਾਰੀਆਂ ਪ੍ਰਮਾਤਮਾ ਦੇ ਵੱਲੋਂ ਬਣਾਈਆਂ ਹੋਈਆਂ। ਤੂੰ ਉਹਨਾਂ ਚੀਜ਼ਾਂ ਦੀ ਪੂਜਾ ਕਰ ਰਿਹਾ ਜਿਹੜੀਆਂ ਉਹਨੇ ਬਣਾਈਆਂ ਨੇ। ਤੂੰ ਉਹਦੇ ਵੱਲ ਕਿਉਂ ਨਹੀਂ ਜਾਣਦਾ ਜਿਹਦਾ ਇਹਨਾਂ ਦੇ ਮਗਰ ਬੈਠਾ ਹੈ, ਜਿਹੜਾ ਗੁਪਤ ਹੈ। ਅਸਕਰ ਕੋਈ ਵੀ ਚੀਜ਼ ਬਣੀ ਹੈ, ਚਾਹੇ ਆਪਾਂ ਸੂਰਜ ਦੀ ਪੂਜਾ ਕਰਦੇ ਹਾਂ, ਚੰਦਰਮਾ ਦੀ ਪੂਜਾ ਕਰਦੇ ਹਾਂ, ਚਾਹੇ ਇੰਦਰ ਦੇਵਤਾ ਦੀ ਪੂਜਾ ਕਰਦੇ ਹਾਂ, ਚਾਹੇ ਅਗਨ ਦੇਵਤਾ ਦੀ ਪੂਜਾ ਕਰਦੇ ਹਾਂ, ਉਹ ਕਹਿੰਦੇ ਸਾਰੇ ਤੂੰ ਨੇ ਬਣਾਏ ਆ। ਤੂੰ ਇਹਨਾਂ ਨੂੰ ਛੱਡ ਕੇ ਪਿੱਛੇ ਕਿਉਂ ਨਹੀਂ ਚੱਲ ਜਾਂਦਾ ਡਾਇਰੈਕਟ? ਇਹ ਨਹੀਂ ਸਾਹਿਬ ਬਿਲਕੁਲ। ਤੂੰ ਉਹਨੂੰ ਨਹੀਂ ਲੱਭ ਰਿਹਾ, ਕਿਉਂਕਿ ਉਧਰ ਕਿਉਂ ਨਹੀਂ ਜਾਂਦਾ? ਕਿਉਂਕਿ ਰੂਪ ਰੰਗ ਤੇ ਰੇਖ ਤੋਂ ਪਰੇ ਆ। ਪਰ ਜਿੰਨਾ ਚਿਰ ਤੱਕ ਤੂੰ ਉਹਦੀ ਪੂਜਾ ਨਹੀਂ ਕਰਦਾ, ਤੇਰਾ ਜੀਵਨ ਸ਼ਾਂਤ ਨਹੀਂ ਹੋਣਾ, ਨਾ ਹੀ ਤੇਰੇ ਚਿੱਤ ਨੇ ਸ਼ਾਂਤ ਹੋਣਾ। ਕਿਉਂਕਿ ਇਹ ਜਿਹੜੇ ਸਾਰੇ ਨੇ ਇਹ ਜੜ ਵਸਤੂ ਤੈਨੂੰ ਦੇ ਸਕਦੇ ਨੇ, ਤੈਨੂੰ ਪਰਮਾਤਮਾ ਨਹੀਂ ਦੇ ਸਕਦੇ। ਹਾਂਜੀ ਨਿਜਲ ਸਰ। ਹਾਂਜੀ। ਰਹਾਓ ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ। ਹੁਣ ਦੇਖੋ ਗਿਆਨ ਦੀ ਗੱਲ ਕਰ ਰਹੇ ਆ। ਕਹਿੰਦੇ ਅਨੇਕਾਂ ਪੁਰਾਣ ਹੈਗੀ, ਉਹਦੇ ਅਨੇਕਾਂ ਹੀ ਅਧਿਆਏ ਹੈਗੇ ਆ, ਅਨੇਕਾਂ ਹੀ ਉਹਦੇ ਪੁਰਾਣ ਦੇ ਬਾਰੇ ਜਿਹੜੇ ਹੈਗੇ ਉਹਦੇ ਵਿੱਚ ਜਿਹੜਾ ਹੈਗਾ ਗਿਆਨ ਹੈਗਾ। ਵੇਦਾਂ ਦੇ ਵਿੱਚ ਅਨੇਕਾਂ ਹੀ ਵਿਧੀਆਂ ਹੈਗੀਆਂ। 34 ਅੱਖਰ ਮਾਹੀ, ਕਹਿੰਦੇ 34 ਅੱਖਰਾਂ ਦੇ ਵਿੱਚ ਕਹਿੰਦੇ ਇਹ ਸਾਰਾ ਦਾ ਸਾਰਾ ਅੱਖਰੀ ਗਿਆਨ ਹੈਗਾ ਭਾਈ, ਅੱਖਰੀ ਗਿਆਨ ਹੈਗਾ। ਇਹ ਜਿਹੜਾ ਹੈਗਾ, ਇਹ ਜਿਹੜਾ ਗਿਆਨ ਪੈਦਾ ਹੋਣਾ ਆ ਉਹ ਗਿਆਨ ਨਹੀਂ ਹੈਗਾ, ਇਹ ਸਿਰਾ ਅੱਖਰੀ ਗਿਆਨ ਹੈ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ
ਕੌਣ ਕਹਿ ਰਿਹਾ? ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ। ਬਿਆਸ ਰਿਸ਼ੀ ਨੇ ਆ ਵਿਚਾਰ ਕੇ ਆ ਗੱਲ ਪਰਮਾਰਥ ਦੀ ਕਹੀ ਆ ਕਿ ਭਾਈ ਇਹ ਸਾਰਾ ਗਿਆਨ ਜਿਹੜਾ ਹੈਗਾ, ਇਹ ਜਿਹੜਾ ਗਿਆਨ ਅਖਰੀ ਗਿਆਨ ਹੈਗਾ, ਇਹ ਰਾਮ ਨਾਮ ਦੇ ਬਰੋਬਰ ਨਹੀਂ ਹੈਗਾ। ਰਾਮ ਨਾਮ ਦੇ ਬਰੋਬਰ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੋ ਵਿਦਿਆ ਨੇ ਸੰਸਾਰ ਤੇ, ਇੱਕ ਪਰਾ ਵਿਦਿਆ, ਇੱਕ ਅਪਰਾ ਵਿਦਿਆ। ਪਰਾ ਵਿਦਿਆ ਜਿਹੜੀ ਹੈਗੀ ਉਹ ਆਤਮਾ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੀ ਹੈ ਜਦੋਂ ਜੀਵਨ ਨੂੰ ਜੀਣ ਦੀ ਸੋਝੀ ਆ ਜਾਂਦੀ। ਉਹ ਜੀਵਨ ਜਿਹੜਾ ਨਾ ਆਪਾਂ ਬਾਹਰੀ ਗਿਆਨ ਦੇ ਨਾਲ ਬਤੀਤ ਨਹੀਂ ਕਰ ਸਕਦੇ। ਹੁਣ ਤੁਹਾਡੇ ਜੀਵਨ 'ਚ ਕਈ ਹਾਲਾਤ ਨੇ, ਹੁਣ ਕਿਤਾਬਾਂ 'ਚ ਕੀ ਲਿਖਿਆ ਉਹ ਥੋੜੀ ਪੜ੍ਹਨ ਜਾਣਾ ਆਪਾਂ। ਉਹ ਤੇ ਮੌਕੇ ਤੇ ਆਪਾਂ ਕੀ ਕਰ ਰਹੇ ਹਾਂ, ਉਹ ਗਿਆਨ ਜਿਹੜਾ ਹੈ ਉਹਨੂੰ ਪਰਾ ਵਿਦਿਆ ਕਹਿੰਦੇ ਆ, ਜਿਹੜਾ ਸਾਡੇ ਅੰਦਰ ਪੈਦਾ ਹੋ ਗਿਆ, ਜਿਹੜਾ ਸਾਨੂੰ ਪਰਮਾਤਮਾ ਵੱਲ ਲੈ ਕੇ ਜਾਂਦਾ। ਅਪਰਾ ਵਿਦਿਆ ਦਾ ਮਤਲਬ ਜਿੰਨੇ ਵੀ ਗ੍ਰੰਥ ਲਿਖੇ ਨੇ ਇਹ ਸਭ ਅਪਰਾ ਵਿਦਿਆ। ਇਹ ਤੇ ਆਪਾਂ ਕਿਸੇ ਦਾ ਗਿਆਨ ਪੜ੍ਹ ਕੇ ਉਹ ਸਾਡੇ ਜੀਵਨ ਦਾ ਹਿੱਸਾ ਨਹੀਂ ਬਣ ਸਕਦਾ। ਹਾਂ, ਮਾਰਗ ਦਰਸ਼ਨ ਕਰਾ ਸਕਦੇ ਹਾਂ ਆਪਾਂ, ਪਰ ਜੇ ਆਪਾਂ ਕਿਸੇ ਦਾ ਗਿਆਨ ਪੜ੍ਹੀ ਜਾਵਾਂਗੇ, ਆਪਾਂ ਖੁਦ ਦਾ ਗਿਆਨ ਪ੍ਰਾਪਤ ਨਹੀਂ ਕਰਾਂਗੇ, ਕੋਈ ਪ੍ਰਾਪਤੀ ਥੋੜੀ ਹੋਣੀ ਹੈ। ਗਿਆਨ ਇਸੇ ਹੀ ਤਰ੍ਹਾਂ ਹੁਣ ਗਿਆਨ ਜਿਹੜਾ ਬਾਣੀ ਗਿਆਨ ਉਹਨੂੰ ਮੰਨਦੀ ਹੈ ਕਿ ਜਿਹੜਾ ਆਪਣੇ ਅਨੁਭਵ ਦੇ ਵਿੱਚੋਂ ਆਇਆ ਆ, ਆਪਾਂ ਨੇ ਅਨੁਭਵ ਕੀਤਾ ਹੈ, ਉਹ ਚੀਜ਼ ਆਪਾਂ ਨੇ ਪ੍ਰੈਕਟੀਕਲ ਕੀਤੀ ਹੈ, ਉਹਨੂੰ ਬਾਣੀ ਗਿਆਨ ਮੰਨਦੀ ਹੈ। ਕਹਿੰਦੇ ਇਹ ਜਿਹੜਾ ਹੈਗਾ ਗਿਆਨ। ਹਾਂ ਹਾਂਜੀ ਵੀਰ ਜੀ, ਇਹ ਬਿਲਕੁਲ ਠੀਕ ਆ। ਤੁਸੀਂ ਹੁਣ ਸਬਜ਼ੀ ਬਣਾ ਕੇ ਵੇਖ ਲਓ ਤੇ ਤੁਹਾਨੂੰ ਗਿਆਨ ਹੋ ਜਾਣਾ। ਹੁਣ ਕੇਵਲ ਤੁਸੀਂ ਸਬਜ਼ੀ ਦੇ ਬਾਰੇ ਕਿਤਾਬਾਂ ਹੀ ਪੜ੍ਹੀ ਜਾਓ, ਏਦਾਂ ਬਣੂਗੀ, ਇੰਨਾ ਪਾਣੀ ਪਊਗਾ, ਇੰਨੇ ਘੰਟੇ ਗੈਸ ਤੇ ਰੱਖਾਂਗੇ, ਉਹ ਪੜ੍ਹੀ ਜਾਓ ਥਿਊਰੀ। ਉਹ ਥਿਊਰੀ ਦੇ ਨਾਲ ਕੀ ਹੋਣਾ? ਕਿਉਂਕਿ ਜ਼ਿੰਦਗੀ ਦੇ ਵਿੱਚ ਜੋ ਵੀ ਆਪਾਂ ਕਰਨਾ ਹੈ ਨਾ ਉਹ ਸਾਨੂੰ ਪ੍ਰੈਕਟੀਕਲੀ ਕਰਨਾ ਪਊਗਾ, ਫਿਰ ਹੀ ਤੇ ਗਿਆਨ ਪ੍ਰਗਟ ਹੋਣਾ। ਹਾਂਜੀ ਨਜ਼ਰ ਸਾਹਿਬ। ਤੇ ਦੇਖ ਲਓ, ਔਰ ਨਾਲੇ ਬਿਆਸ ਵਿਚਾਰ ਕਹਿਓ ਪਰਮਾਰਥ। ਬਿਆਸ ਜੀ ਜਿਹੜੇ ਹੈਗੇ ਵੇਦਾਂ ਦੇ ਖੋਜੀ ਸੀਗੇ, ਵੇਦਾਂ ਦੇ ਖੋਜੀ ਜਿਹੜੇ ਬਿਆਸ ਵਿਚਾਰ ਕਹਿੰਦੇ, ਉਹਨਾਂ ਨੇ ਬਿਆਸ ਰਿਸ਼ੀ ਨੇ ਜਿਹੜੀ ਇਹ ਗੱਲ ਪਰਮਾਰਥ ਦੀ ਗੱਲ ਦੱਸਤੀ ਨੁਕਤੇ ਦੀ। ਕਹਿੰਦੇ ਜਿਹੜਾ ਹੈਗਾ ਰਾਮ ਨਾਮ ਸਰ ਨਾਹੀ, ਇਹ ਜਿਹੜਾ ਅਖਰੀ ਗਿਆਨ ਹੈਗਾ ਇਹ ਰਾਮ ਨਾਮ ਦੇ ਬਰੋਬਰ ਨਹੀਂ ਹੈਗਾ ਪਿਆਰਿਆ। ਭਾਵੇਂ ਜਿਹੜਾ ਮਰਜੀ ਗ੍ਰੰਥ ਲਿਆ ਦੁਨੀਆ ਦਾ, ਆਖਰੀ ਗਿਆਨ ਹੈਗਾ ਇਹ ਰਾਮ ਦੇ ਨਾਮ ਦੇ ਬਰੋਬਰ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂ, ਵੈਸੇ ਵੀ ਰਾਮ ਦੇ ਨਾਮ ਨੂੰ ਕੋਈ ਲਿਖ ਵੀ ਨਹੀਂ ਸਕਦਾ। ਬਿਲਕੁਲ ਠੀਕ ਹੈ ਜੀ। ਔਖਾ ਵਾ ਕੰਮ। ਕੋਈ ਲਿਖੂਗਾ? ਤੁਸੀਂ ਲਿਖੋ ਜਾਂ ਮੈਂ ਲਿਖੂੰਗਾ? ਸਾਰਾ ਦਿਨ ਕੀ ਮੈਂ ਜ਼ਿੰਦਗੀ ਭਰ ਬੋਲਦਾ ਰਵਾਂ, ਨਿੱਜਰ ਸਾਹਿਬ ਵੀ ਬੋਲਦੇ ਰਹਿਣ, ਇੱਕ ਵੀ ਗੱਲ ਸਮਝ ਨਹੀਂ ਪੈਣੀ। ਉਹ ਪਰਮਾਤਮਾ ਐਸੀ ਚੀਜ਼ ਹੈ, ਬਹੁਤ ਪਾਵਰਫੁਲ ਆ। ਉਹਨੂੰ ਤੁਸੀਂ ਜਿਹੜਾ ਵੀ ਅਸੀਂ ਮੂੰਹ ਚੋਂ ਕੱਢਤਾ ਉਹੀ ਬਾਸੀ ਹੋ ਜਾਣਾ। ਬਿਲਕੁਲ ਠੀਕ ਹੈ। ਔਰ ਨਾਲੇ ਗੋਰਖੀ ਸਾਹਿਬ, ਇੱਕ ਤਾਂ ਰਾਮ ਦੇ ਨਾਮ ਨੂੰ ਆਪਾਂ ਨਹੀਂ ਲਿਖ ਸਕਦੇ, ਇੱਕ ਆਪਾਂ ਜਿਹੜੇ ਹੈਗੇ ਉਹ ਅਨੁਭਵੀ ਗਿਆਨ ਜਿਹੜਾ ਅੰਦਰ ਪ੍ਰੈਕਟੀਕਲ ਕਰਕੇ ਆਇਆ ਆ ਉਹਨੂੰ ਆਪਾਂ ਨਹੀਂ ਲਿਖ ਸਕਦੇ। ਉਹ ਤਾਂ ਹੁਣ ਦੇਖੋ ਤੁਸੀਂ ਜਿਹੜਾ ਹੈਗਾ ਅਸੀਂ ਪਾਣੀ ਪੀ ਕੇ ਜਿਹੜਾ ਅਨੁਭਵ ਕਰਨਾ ਵਾ, ਕੀ ਆਪਾਂ ਕਿਤਾਬਾਂ 'ਚ ਲਿਖ ਸਕਦੇ ਹਾਂ? ਪਾਣੀ ਦਾ ਸਵਾਦ ਏਦਾਂ ਦਾ, ਇੱਕ ਪਾਣੀ ਦਾ ਸਵਾਦ ਨਹੀਂ ਦੱਸਿਆ ਜਾ ਸਕਦਾ। ਤੁਸੀਂ ਮਿੱਠੇ ਦਾ ਸਵਾਦ ਦੱਸ ਦਿਓ ਮੈਨੂੰ। ਹੁਣ ਤੁਸੀਂ ਦੱਸੋ, ਕਿੱਥੋਂ ਦੱਸੋਗੇ? ਦੱਸ ਸਕਦਾ ਕੋਈ? ਪਰਮਾਤਮਾ ਬਾਰੇ ਕਿੱਦਾਂ ਦੱਸਿਆ ਜਾਵੇਗਾ? ਮੁਸ਼ਕਿਲ ਆ ਕੰਮ, ਕਾਫੀ ਮੁਸ਼ਕਿਲ। ਇਸ ਲਈ ਤਾਂ ਕਹਿੰਦੇ ਨੇ ਕਿ ਨਹੀਂ, ਔਖਾ ਵਾ ਕੰਮ, ਕਿਉਂਕਿ ਉਹਨਾਂ ਨੂੰ ਪਤਾ ਹੈ, ਕਿਉਂਕਿ ਆਤਮਾ ਦੇ ਬਾਰੇ ਨਹੀਂ ਲਿਖਿਆ ਜਾ, ਬਹੁਤ ਔਖਾ ਕਰ। ਹੁਣ ਆਪਾਂ ਕੀ ਲਿਖਾਂਗੇ? ਅੰਦਾਜ਼ੇ। ਹਾਂਜੀ, ਉਹ ਧਰਤੀ ਏਦਾਂ ਬਣ ਗਈ, ਉਹ ਸੂਰਜ ਏਦਾਂ ਬਣ ਗਿਆ, ਸਭ ਅੰਦਾਜ਼ੇ। ਕੋਈ ਬਿਆਨ ਥੋੜੀ ਕਰ ਸਕਦਾ ਕਿ ਕਿੱਦਾਂ ਕੀ ਹੋਇਆ। ਸੱਚ ਕੋਈ ਨਹੀਂ ਜਾਣਦਾ ਤੇ ਨਾ ਹੀ ਕੋਈ ਜਾਣ ਸਕਦਾ, ਇਹ ਪਰਮਾਤਮਾ ਹੀ ਜਾਣਦਾ। ਇਹ ਕਿੱਥੋਂ ਕੀ ਬਣਿਆ, ਕਿੱਦਾਂ ਬੰਦਾ ਬਣਿਆ, ਇਹ ਕਿੱਦਾਂ ਕੰਟਰੋਲ ਕਰਦਾ ਵਾ, ਕਿਸੇ ਨੂੰ ਨਹੀਂ ਜੋ ਪਤਾ ਲੱਗਣਾ। ਇਹ ਤੇ ਉਹਦੀ ਖੇਡ ਹੈ, ਸਾਰੀ ਲੀਲਾ ਹੈ, ਪ੍ਰਪੰਚ ਹੈਗਾ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਆਖਰੀ ਬੰਦ ਆ ਗਿਆ। ਹੁਣ ਕਹਿੰਦੇ ਪ੍ਰੈਕਟੀਕਲ ਦੇ ਰਹੇ, ਜਿਹਨੂੰ ਪ੍ਰੈਕਟੀਕਲ ਗਿਆਨ ਚਾਹੀਦਾ ਪਿਆਰਿਆ, ਆਹ ਕਾਰਵਾਈ ਕਰਨੀ ਪੈਣੀ ਆ, ਇਹਦੇ ਬਗੈਰ ਗੱਲ ਨਹੀਂ ਬਣਨੀ। ਸਹਿਜ ਸਮਾਧੀ ਲਾਉਣੀ ਪੈਣੀ ਹੈ ਤੈਨੂੰ ਪਿਆਰਿਆ। ਉਪਾਦ ਰਹਿਤ ਫੁਨ, ਉਪਾਧੀ ਤੋਂ ਰਹਿਤ ਹੋਣਾ ਹੈ। ਇਹ ਆਦਿ ਵਿਆਦੀ ਉਪਾਧੀ ਜਿਹੜੀ ਆ ਮਨ ਦੇ ਜਿਹੜੇ ਫੁਰਨੇ, ਮਨ ਜਿਹੜਾ ਹੈਗਾ ਜਿਹੜਾ ਕਰੀ ਜਾ ਰਿਹਾ, ਜਿਹੜਾ ਇਹ ਵਿਚਾਰ ਚੱਲੀ ਜਾ ਰਿਹਾ ਮਿੱਠੂ ਦੇ, ਉਹ ਜਿਹੜੇ ਹੈਗੇ ਆਂਡਿਆਂ ਵਾਂਗੂ। ਸਹਿਜ ਸਮਾਧ ਉਪਾਦ ਰਹਿਤ ਫੁਨ, ਵੱਡੇ ਭਾਗ ਲਿਵ ਲਾਗੀ। ਵੱਡੀ ਕਿਸਮਤ, ਸਭ ਤੋਂ ਉੱਚੀ ਕਿਸਮਤ ਹੋ ਜਾਏਗੀ ਤੇ ਲਿਵ ਲੱਗ ਜਾਏਗੀ ਤੇਰੀ। ਇਹ ਵਿਚਾਰ ਸਾਰੇ ਦੇ ਸਾਰੇ ਬੰਦ ਹੋ ਜਾਣਗੇ ਸਹਿਜ ਸਮਾਧੀ ਦੇ ਦੁਆਰਾ। ਇਹ ਸਹਿਜ ਸਮਾਧੀ ਲੱਗ ਜਾਏਗੀ, ਸਾਰੀਆਂ ਉਪਾਧੀਆਂ ਮਨ ਦੀਆਂ ਜਿਹੜੀਆਂ ਹੈਗੀਆਂ ਖਤਮ ਹੋ ਜਾਣਗੀਆਂ। ਸਹਿਜ ਸਮਾਧ ਉਪਾਦ ਰਹਿਤ ਫੁਨ, ਵੱਡੇ ਭਾਗ ਲਿਵ ਲਾਗੀ।
ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ। ਇਸ ਤਰੀਕੇ ਦੇ ਨਾਲ ਰਵਿਦਾਸ ਜੀ ਕਹਿੰਦੇ ਆ ਭਾਈ ਸਹਿਜ ਸਮਾਧੀ ਲਗਾ ਕੇ ਮਨ ਨੂੰ ਲੈ ਜਾ, ਵਿਚਾਰ ਮੰਡਲ ਨੂੰ ਕਰਾਸ ਕਰ ਜਾ ਤੇ ਤੇਰੇ ਹਿਰਦੇ 'ਚ ਪ੍ਰਕਾਸ਼ ਹੋ ਜਾਏਗਾ ਭਾਈ, ਔਰ ਤੇਰਾ ਜਨਮ ਮਰਨ ਦਾ ਡਰ ਜਿਹੜਾ ਹੈਗਾ ਜੂਨਾਂ 'ਚ ਜਾਣ ਵਾਲਾ ਕਾਰਵਾਈ ਕੇ ਸਿਲਸਿਲਾ ਮੁੱਕ ਜਾਏਗਾ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਉਹਨਾਂ ਕਹਿਤਾ ਕਿ ਜਦੋਂ ਤੁਹਾਡੇ ਅੰਦਰ ਪ੍ਰਕਾਸ਼ ਪੈਦਾ ਹੋ ਗਿਆ ਤੇ ਤੁਹਾਨੂੰ ਸਮਾਧੀ ਮਿਲ ਜਾਣੀ ਹੈ। ਸਹਿਜ ਸਮਾਧੀ ਕਹਿੰਦੇ ਨੇ। ਤੇ ਜਦੋਂ ਸਹਿਜ ਸਮਾਧੀ ਮਿਲ ਗਈ ਤੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਬਸ ਜੋਤ ਪ੍ਰਗਟ ਹੋ ਗਈ, ਹੋਰ ਕੀ ਰਹਿ ਗਿਆ? ਨਾਮ ਪ੍ਰਗਟ ਹੋ ਜਾਣਾ। ਬਸ। ਜਦੋਂ ਨਾਮ ਪ੍ਰਗਟ ਹੋ ਗਿਆ ਤੇ ਵਿਚਾਰ ਵਿਚੂਰ ਆਉਗੇ। ਵਿਚਾਰ ਕਿੱਥੇ ਲੱਭਦੇ ਮੁੜ ਕੇ ਵਿਚਾਰ ਹੈ ਹੀ ਨਹੀਂ ਹੈ, ਕਿਉਂਕਿ ਵਿਚਾਰ ਕਹਿਣ ਤੋਂ ਭਾਵ ਹਨੇਰਾ ਉਦੋਂ ਆ ਜਦੋਂ ਚਾਨਣ ਨਹੀਂ ਹੈਗਾ। ਜੇ ਚਾਨਣ ਹੈਗਾ ਤੇ ਫਿਰ ਹਨੇਰਾ ਕਿੱਥੋਂ ਹੋਊਗਾ? ਫਿਰ ਉਹ ਜਿਹੜਾ ਤੁਹਾਡਾ ਆਤਮਾ ਦਾ ਪ੍ਰਕਾਸ਼ ਉਹਨੇ ਐ ਪ੍ਰਗਟ ਹੋ ਬਿਲਕੁਲ ਇੱਕਦਮ ਸ਼ੁੱਧ। ਤੇ ਉਹਦੇ ਚ ਤੇ ਉਹ ਤੇ ਦੋਸ਼ ਤੋਂ ਰਹਿਤ ਹੈ। ਫਿਰ ਤੁਸੀਂ ਮੈਨੂੰ ਕਹਿ ਦਿਓ ਕਿ ਚਰਨਜੀਤ ਉੱਥੇ ਰੁਪਈਆ ਪਿਆ ਸੀ 5-6 ਲੱਖ ਹੀ ਚੁੱਕ ਲਿਆਏ ਆ, ਅੰਦਰ ਜੋਤ ਪ੍ਰਗਟ ਹੋਈ ਹੈ। ਨਹੀਂ ਚੁੱਕਿਆ ਜਾਣਾ। ਕਰੋੜ ਪਿਆ ਹੋਵੇ ਉਹ ਵੀ ਨਹੀਂ ਚੁੱਕ ਕੇ ਲਿਆਉਣਾ, ਕਿਉਂਕਿ ਜੋਤ ਪ੍ਰਗਟ ਹੋ ਗਈ ਹੈ ਨਾ। ਉਹ ਤੇ ਹਨੇਰੇ ਦੇ ਵਿੱਚ ਆਪਾਂ ਬੈਠੇ ਹਾਂ ਤੇ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਣ ਦਿਆ ਕਿੱਥੇ ਪੈਰ ਰੱਖਣਾ ਜਾਂ ਕਿੱਥੇ ਪੈਰ ਨਹੀਂ ਰੱਖਣਾ। ਅਗਿਆਨ ਇਸੇ ਕਰਕੇ ਆਉਂਦਾ ਕਿਉਂਕਿ ਅੰਦਰ ਹਨੇਰਾ ਹੈ। ਤੇ ਜਦੋਂ ਅੰਤਰ ਚ ਪ੍ਰਕਾਸ਼ ਹੋ ਗਿਆ ਹਿਰਦੇ ਚ ਤੇ ਕੰਮ ਕਲੀਅਰ ਹੋ ਗਿਆ। ਜੋਤੀ ਪ੍ਰਗਟ ਹੋ ਗਈ ਆ, ਉਹਨੇ ਆਟੋਮੈਟਿਕਲੀ ਅਗਿਆਨ ਨੂੰ ਭਰਮ ਨੂੰ ਖਤਮ ਕਰ ਦੇਣਾ। ਕੁਛ ਕਰਨ ਦੀ ਲੋੜ ਨਹੀਂ ਪਊਗੀ। ਬਾਈ ਪ੍ਰੋਡਕਟ ਹੋਣਾ ਜੇ ਸਾਰਾ ਕੁਛ। ਤੇ ਜੇਕਰ ਬਾਣੀ ਕਹਿੰਦੀ ਜਦੋਂ ਤੂੰ ਸੋਚਦਾ ਤੂੰ ਕੁਛ ਕਰਦਾ ਵਾ ਤੇ ਆਵਤ ਜਾਵਤ ਫਿਰ ਤਾਂ ਤੂੰ ਜਿਹੜਾ ਹੈਗਾ ਆਉਂਦਾ ਜਾਂਦਾ ਰਹਿਣਾ ਹੈ ਭਾਈ, ਜੂਨਾਂ ਦੇ ਵਿੱਚ ਰਹਿਣਾ। ਹਾਂ ਬਾਣੀ ਜਬ ਜੇ ਤੂੰ ਕਹਿੰਦਾ ਨਾ ਜਬ ਮੈਂ ਕੁਛ ਕਰਤਾ, ਜਬ ਲਿਖਿਆ ਵਾ ਕਿ ਤੂੰ ਮੈਂ ਕਰਦਾ ਵਾ, ਆਪਣੇ ਨੂੰ ਕਰਤਾ ਮੰਨਣਾ, ਫਿਰ ਗੜਬੜੀ। ਬਿਲਕੁਲ। ਤੇ ਬਸ ਇਹੋ ਹੀ ਆ, ਕੁਛ ਜ਼ਿਆਦਾ ਕੰਮ ਨਹੀਂ ਹੈਗਾ। ਸਹਿਜ ਸਮਾਧੀ ਜਿਹੜੀ ਆ ਉਹਦਾ ਮਤਲਬ ਇਹ ਕਿ ਵਿਚਾਰ ਰਹਿਤ ਅਵਸਥਾ ਦੇ ਵਿੱਚ ਬਾਰ-ਬਾਰ ਜਾਣਾ, ਔਰ ਇੱਕ ਸਮਾਂ ਆਊਗਾ ਸਾਡਾ ਜੀਵਨ ਹੀ ਸਹਿਜ ਸਮਾਧੀ ਬਣ ਜਾਏਗਾ। ਫਿਰ ਗਾਂ ਦੇ ਥਣਾ ਦੇ ਵਿੱਚ ਦੁੱਧ ਜਿੱਦਾਂ ਆਉਂਦਾ ਨਾ, ਕੁਛ ਕਰਨ ਦੀ ਲੋੜ ਨਹੀਂ ਆ, ਆਪਣੇ ਆਪ ਹੀ ਆ ਰਿਹਾ। ਤਾਂ ਇਹ ਚੀਜ਼ ਬਣ ਜਾਏਗੀ ਸਾਡੇ ਅੰਦਰ। ਤੇ ਕਹਿੰਦੇ ਵੱਡੇ ਭਾਗ ਹੋ ਜਾਣਗੇ। ਤੇਰੀ ਲਿਵ ਲੱਗ ਗਈ ਜਦੋਂ ਤੇਰੀ ਸੁਰਤੀ ਆਤਮ ਤੱਤ ਚ ਸਥਿਰ ਹੋ ਗਈ ਤੇ ਤੂੰ ਬਹੁਤ ਕਰਮਾਂ ਵਾਲਾ ਵਾ। ਤੇਰੀ ਲਿਵ ਲੱਗ ਗਈ ਆ ਪ੍ਰਮਾਤਮਾ ਦੇ ਨਾਲ। ਫਿਰ ਕਹਿੰਦੇ ਕਿ ਲਿਵ ਲੱਗ ਗਈ ਆ, ਕਿੱਦਾਂ ਪਤਾ ਲੱਗੂਗਾ ਤੁਹਾਡੀ ਲਿਵ ਲੱਗ ਗਈ ਆ? ਫਿਰ ਤੁਹਾਡਾ ਬਾਰ-ਬਾਰ ਨਿਰਵਿਚਾਰ ਸਮਾਧੀ ਚ ਜਾਣ ਨੂੰ ਦਿਲ ਕਰਨਾ। ਤੁਹਾਡੇ ਅੰਦਰ ਨਾ ਇੱਕ ਆਵਾਜ਼ ਹੀ ਆਉਂਦੀ ਰਹਿਣੀ ਆ ਕਿ ਬਈ ਅੱਜ ਸਾਧਨਾ ਤੇ ਨਹੀਂ ਬੈਠੇ ਆਪਾਂ, ਕਿੰਨਾ ਨੁਕਸਾਨ ਹੋ ਗਿਆ। ਤੁਹਾਡਾ ਦਿਲ ਕਰੂਗਾ ਬਾਰ-ਬਾਰ। ਹੁਣ ਇੱਕ ਮੈਨੂੰ ਵੀਰ ਜੀ ਕਹਿੰਦੇ ਕਿ ਵੀਰ ਜੀ ਕਿੱਦਾਂ ਪਤਾ ਲੱਗੂਗਾ ਕਿ ਮੈਂ ਨਿਰਵਿਚਾਰ ਅਵਸਥਾ ਚ ਜਾ ਰਿਹਾ ਜਾਂ ਮੇਰੀ ਸਾਧਨਾ ਠੀਕ ਚੱਲਦੀ ਆ? ਮੈਂ ਵੀਰ ਜੀ ਮੈਂ ਤੁਹਾਨੂੰ ਚੀਜ਼ ਸਵਾਦ ਨਾ ਲੱਗੇ ਤੇ ਤੁਸੀਂ ਇੱਕ ਬੁਰਕੀ ਨਹੀਂ ਅੰਦਰ ਲੰਘਾ ਸਕਦੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਮੈਂ ਜੇ ਅੱਧਾ ਘੰਟਾ ਤੁਸੀਂ ਬਹਿ ਰਹੇ ਜੋ ਨਾ, ਇਹਦਾ ਮਤਲਬ ਤੁਹਾਡੇ ਅੰਦਰ ਜਿਹੜਾ ਚਿੱਤ ਹੈਗਾ ਜਾਂ ਮਨ ਹੈਗਾ ਉਹਨੂੰ ਪਤਾ ਤੁਸੀਂ ਕੀ ਕਰ ਰਹੇ ਜੋ। ਉਦਾਂ ਤੇ ਮੈਂ ਤੇ ਇੱਕ ਬੁਰਕ ਨਹੀਂ ਤੁਹਾਡੇ ਮੂੰਹ ਚ ਲੰਘਣੀ, ਤੁਸੀਂ ਬਾਹਰ ਕੱਢ ਦੇਣੀ ਆ। ਭਾਵੇਂ ਤੁਸੀਂ ਭੁੱਖੇ ਹੋ, ਤੁਸੀਂ ਕਹੋਗੇ ਤੇ ਸਵਾਦ ਹੀ ਨਹੀਂ ਹੈਗੀ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਤੇ ਜੇ ਤੁਹਾਡਾ ਦਿਲ ਕਰਦਾ ਸਮਝ ਲਓ ਕਿ ਸਭ ਕੁਝ ਠੀਕ ਚੱਲ ਰਿਹਾ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ? ਹਾਂਜੀ ਬਿਲਕੁਲ ਜੀ, ਬਹੁਤ ਵਧੀਆ। ਠੀਕ ਹੈ ਜੀ। ਆਖਿਰ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਜੀਵਨ ਹੈ ਨਾ, ਉਹਦੇ ਵਿੱਚ ਪ੍ਰਾਪਤੀ ਹੈਗੀ ਸਹਿਜ ਸਮਾਧੀ। ਸਹਿਜ ਸਮਾਧੀ ਦਾ ਮਤਲਬ ਜਿੱਥੇ ਇੱਕਦਮ ਜਿਹੜੀ ਚੇਤਨਾ ਹੈ ਸਾਡੀ ਉਹ ਆਪਣੇ ਆਪ ਚ ਸਥਿਰ ਹੋ ਜਾਂਦੀ ਹੈ। ਹੁਣ ਕੋਈ ਹਲਚਲ ਨਹੀਂ ਆ, ਕੋਈ ਵਿਚਾਰ ਨਹੀਂ ਹੈਗਾ, ਨਾ ਕੋਈ ਚੰਗਾ ਵਿਚਾਰ ਤੇ ਨਾ ਹੀ ਕੋਈ ਬੁਰਾ ਵਿਚਾਰ। ਨਾ ਵਿਚਾਰ ਚੰਗੇ ਹੁੰਦੇ ਆ, ਨਾ ਵਿਚਾਰ ਬੁਰੇ ਹੁੰਦੇ ਆ। ਵਿਚਾਰ ਹੁੰਦੇ ਆ। ਤੇ ਜਦੋਂ ਚਿੱਤ ਸ਼ਾਂਤ ਹੋ ਗਿਆ ਫਿਰ ਵਿਚਾਰ ਕਿੱਥੋਂ ਹੋਣੇ? ਫਿਰ ਕੋਈ ਤਰੰਗ ਨਹੀਂ ਹੁੰਦੀ। ਤੇ ਜਦੋਂ ਤਰੰਗ ਨਹੀਂ ਹੈਗੀ ਤੇ ਫਿਰ ਹਮ ਨਹੀਂ, ਫਿਰ ਤੁਮ ਹੀ ਆ। ਜਬ ਹਮ ਹੋਤੇ, ਜਿੰਨਾ ਚਿਰ ਤਰੰਗਾਂ ਨੇ ਤਦ ਤੱਕ ਮੈਂ ਵੀ ਹੈਗਾ ਵਾਂ। ਤੇ ਜਦੋਂ ਤਰੰਗ ਨਹੀਂ ਹੈਗੀ ਫਿਰ ਤੁਮ ਹੀ ਰਹਿ ਗਿਆ, ਪਰਮਾਤਮਾ ਰਹਿ ਗਿਆ। ਤੇ ਜਿਹੜਾ ਉਸ ਪਰਮਾਤਮਾ ਨੂੰ ਦੇਖ ਲੈਂਦਾ ਉਹੀ ਮੁਕਤ ਹੋ ਜਾਂਦਾ, ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਿਓ। ਉਹ ਸ਼ਬਦ ਤੇ ਪੂਰਾ ਨਹੀਂ ਹੋਇਆ। ਹੋ ਗਿਆ ਜੀ, ਹੋ ਗਿਆ। ਉਹ ਅਗਲਾ ਸ਼ਬਦ ਹੈ, ਉਹ ਅਗਲਾ ਸ਼ਬਦ ਹੈ। ਜੋ ਤੁਮ ਗਿਰਵਰ ਤੋ ਹਮ ਮੋਰਾ, ਉਹ ਅਗਲਾ ਸ਼ਬਦ ਹੈ। ਹਾਂਜੀ, ਉਹ ਕੱਲ ਲੈ ਲਾਂਗੇ ਆਪਾਂ। ਹਾਂਜੀ ਬੀਡੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਮੇਰ ਕਰ ਮੇਰੇ ਪਿਤਾ।
ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਪਿਤਾ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਆਪਣਾ ਨਾਮਦਾਨ ਬਖਸ਼ਣਾ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਭੈਣ ਜੀ ਕਹਿੰਦੇ ਨੇ ਕਿ ਸਰੀਰਕ ਕਸ਼ਟ ਆ, ਆਪ ਮਿਹਰ ਕਰੋ, ਮਿਹਰ ਕਰੋ। ਉਹ ਚੰਗੇ ਸਾਧਕ ਨੇ ਮੇਰੇ ਪਿਤਾ, ਉਹਨਾਂ ਨੂੰ ਉਦਮ ਬਖਸ਼ੋ ਤੇ ਸਰੀਰਕ ਤੌਰ ਤੇ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰੇ ਮਾਲਿਕ, ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ 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 ਵਾਹਿਗੁਰੂ। ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ